ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਗੁਰਜਿੰਦਰ ਜੀ। ਦਰਸ਼ਕੋ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਇਸ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਜੋ ਵੱਡੀਆਂ ਖਬਰਾਂ ਹੁੰਦੀਆਂ ਉਹਨਾਂ ਤੇ ਡਿਸਕਸ ਕਰਦੇ ਹਾਂ। ਬੀਜੇਪੀ ਹੁਣ ਅੱਗੇ ਵਧ ਰਹੀ ਹੈ। ਜਿਵੇਂ ਪ੍ਰਾਈਮ ਮਿਨਿਸਟਰ ਦਾ ਵਿਰੋਧ ਹੋਇਆ ਸੀ, ਉਹਨੂੰ ਲੈ ਕੇ ਬੀਜੇਪੀ ਸਰਕਾਰ ਨੇ ਕਈ ਹਮਲੇ ਵੀ ਕੀਤੇ ਨੇ ਮੌਜੂਦਾ ਸਰਕਾਰ ਤੇ। ਕੀ ਹਮਲੇ ਨੇ? ਉਹ ਕਹਿੰਦੇ ਕਿ ਇਕੱਠ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੋਣਾ ਸੀ, ਪਰ ਸਾਨੂੰ ਕਾਂਗਰਸ ਸਰਕਾਰ ਨੂੰ ਤੇ ਸਾਡੇ ਬੰਦਿਆਂ ਨੂੰ ਰੋਕਿਆ ਕਾਂਗਰਸ ਸਰਕਾਰ ਨੇ। ਬੀਜੇਪੀ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਈ ਨਾਮਵਾਰ ਅਕਾਲੀ ਟਕਸਾਲੀ ਪਰਿਵਾਰ ਬੀਜੇਪੀ ਜੁਆਇਨ ਕਰ ਗਏ। ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ, ਸਿੱਖ ਸਿਆਸਤ ਦੇ ਵਿੱਚ ਗੁਰਚਰਨ ਸਿੰਘ ਬਾਬਾ ਬੋੜ ਦੇ ਨਾਮ ਨਾਲ ਉਹ ਜਾਣੇ ਜਾਂਦੇ ਸੀ। ਉਹਨਾਂ ਦੇ ਪਰਿਵਾਰ ਦੇ ਕੁਝ ਨੌਜਵਾਨ ਚਿਹਰੇ ਹੁਣ ਬੀਜੇਪੀ ਪਾਰਟੀ ਜੁਆਇਨ ਕਰ ਗਏ। ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਟਿਕਟ ਨਾ ਮਿਲਣ ਕਰਕੇ ਉਹ ਨਾਰਾਜ਼ ਸੀ। ਹੋਰ ਵੀ ਅਕਾਲੀ ਚਿਹਰੇ ਕਈ ਜੁਆਇਨ ਕਰ ਗਏ। ਪਿਛਲੇ ਦਿਨੀ ਬੀਜੇਪੀ ਦੇ ਵੱਡੇ ਲੀਡਰ ਡੇਰੇ 'ਚ ਗਏ ਸੀ ਸਿਰਸਾ ਸਾਹਿਬ ਦੇ, ਤੇ ਉੱਥੇ ਉਹਨਾਂ ਨੇ ਕਈ ਬਿਆਨਬਾਜ਼ੀਆਂ ਵੀ ਕੀਤੀਆਂ, ਗੱਲਾਂ ਵੀ ਕੀਤੀਆਂ। ਉਹਨਾਂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਤਾਂ ਸੰਤ ਨੇ, ਸੰਤ ਤੱਕ ਦੀ ਉਹਨਾਂ ਨੂੰ ਉਪਾਧੀ ਦਿੱਤੀ ਗਈ। ਉਸ ਤੋਂ ਬਾਅਦ ਕੋਵਿਡ ਦੇ ਮੱਦੇਨਜ਼ਰ ਜੋ ਹਦਾਇਤਾਂ ਜਾਰੀ ਕੀਤੀ ਗਈਆਂ, ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਗਈ ਡੇਰੇ ਦੇ ਸਮਰਥਕਾਂ ਵੱਲੋਂ, ਡੇਰੇ ਦੇ ਪ੍ਰਬੰਧਕਾਂ ਵੱਲੋਂ। ਉਹਨਾਂ ਨੂੰ ਨੋਟਿਸ ਵੀ ਜਾਰੀ ਹੋਇਆ ਤੇ ਜੋ ਸਿੱਖ ਕੈਦੀ ਆਪਣੀ ਜੋ ਬਣਦੀ ਸਜ਼ਾ ਤੋਂ ਲੰਮੀ ਉਹ ਸਜ਼ਾ ਭੁਗਤ ਚੁੱਕੇ ਨੇ, ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਅੱਜ ਸਵੇਰ ਫਤਿਹਗੜ੍ਹ ਸਾਹਿਬ ਇੱਕ ਪੰਥਕ ਧਿਰਾਂ ਵੱਲੋਂ ਇਕੱਠ ਰੱਖਿਆ ਗਿਆ ਤੇ ਉਸ ਤੋਂ ਬਾਅਦ ਇੱਕ ਮਾਰਚ ਵੀ ਕੀਤਾ ਗਿਆ। ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਇੱਥੋਂ ਹੀ ਬੀਜੇਪੀ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਬੀਜੇਪੀ ਹੁਣ ਅੱਗੇ ਵੱਧਦੀ ਹੋਈ ਦਿਖਾਈ ਦੇ ਰਹੀ ਹੈ। ਪੰਜਾਬ ਦੇ ਵਿੱਚ ਜਿੰਨੇ ਵੱਡੇ ਪਰਿਵਾਰ ਸੀ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਨਾਲ ਸੰਬੰਧਿਤ ਜੋ ਪਰਿਵਾਰ ਸੀ, ਉਹ ਲਗਾਤਾਰ ਜੁਆਇਨਿੰਗਾਂ ਕਰ ਰਹੇ ਨੇ। ਹਾਲਾਂਕਿ ਜੋ ਕਾਂਗਰਸ ਦੇ ਤੇ ਅਕਾਲੀ ਵੱਡੇ ਪਰਿਵਾਰ ਸੀ ਜਾਂ ਟਕਸਾਲੀ ਕਾਂਗਰਸੀ ਟਕਸਾਲੀ ਪਰਿਵਾਰ ਸੀ, ਉਹ ਬੀਜੇਪੀ ਨੇ ਆਪਣੇ 'ਚ ਸ਼ਾਮਲ ਕਰਵਾ ਲਏ। ਜਦੋਂ ਫਿਰੋਜ਼ਪੁਰ ਦੀ ਰੈਲੀ ਕੈਂਸਲ ਹੋ ਗਈ, ਉਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਦੀ ਹੁਣ ਜੋ ਕਾਰਜਕਾਰੀ ਹੈ ਪੰਜਾਬ ਦੇ ਵਿੱਚ, ਜਿੱਡੇ ਰੁਝਾਨ ਦੇ ਨਾਲ ਬੀਜੇਪੀ ਅੱਗੇ ਵਧ ਰਹੀ ਸੀ ਉੱਦਾਂ ਨਹੀਂ ਹੁਣ ਵਧੂਗੀ, ਕਿਉਂਕਿ ਜੋ ਇੱਕ ਸਰਕਲ ਬਣਿਆ ਹੋਇਆ ਸੀ ਉਹ ਟੁੱਟ ਗਿਆ। ਪਰ ਬੀਜੇਪੀ ਨੇ ਅੱਜ ਫਿਰ ਇਹ ਸਾਬਤ ਕਰਤਾ ਕਿ ਉਨੇ ਹੀ ਜ਼ੋਰ ਦੇ ਨਾਲ ਬੀਜੇਪੀ ਅੱਗੇ ਵਧ ਰਹੀ ਹੈ ਜਿਵੇਂ ਪਹਿਲਾਂ ਸੀ। ਦੇਖੋ, ਹਰ ਇੱਕ ਪਾਰਟੀ ਚੋਣਾਂ ਹੁੰਦੀਆਂ ਨੇ ਨਾ, ਜਦੋਂ ਪਤਾ ਹੁੰਦਾ ਕਿ 5 ਸਾਲ ਹੁਣ ਸੱਤਾ ਭੋਗਣ ਦਾ ਟਾਈਮ ਆ ਗਿਆ, ਜ਼ੋਰ ਲਾਓ। ਭਾਵੇਂ ਕੋਈ ਰੀਜਨਲ ਪਾਰਟੀ ਹੈ, ਭਾਵੇਂ ਨੈਸ਼ਨਲ ਪਾਰਟੀ ਹੈ, ਗੁਰਜਿੰਦਰ ਜੀ ਆਪਣੀ ਵਾਹ ਹਰ ਇੱਕ ਲਾਉਂਦਾ ਹੈ, ਆਪਣਾ ਕੁਨਵਾ ਵੱਡਾ ਕਰਦਾ ਹੈ, ਚਾਹੇ ਪੈਸੇ ਦੇ ਜ਼ੋਰ ਨਾਲ ਕਰੇ, ਚਾਹੇ ਡਰਾ ਕੇ ਕਰੇ, ਚਾਹੇ ਪਿਆਰ ਨਾਲ ਕਰੇ, ਚਾਹੇ ਕੋਈ ਹੋਰ ਮਕਸਦ ਨਾਲ ਜਾਂ ਲਾਲਚ ਨਾਲ, ਜਾਂ ਆਪਾਂ ਕਹਿ ਲਓ ਕਿਸੇ ਤਰੀਕੇ ਨਾਲ ਵੀ ਕੋਈ ਢੰਗ ਅਪਣਾ ਕੇ ਕਰੇ ਤਾਂ ਕੁਨਵਾ ਵੱਡਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਰਹੀ ਗੱਲ ਬੀਜੇਪੀ ਦੀ, ਬੀਜੇਪੀ ਦੇ ਪੰਜਾਬ ਦੇ ਵਿੱਚ ਜਿਹੜੀ ਸ਼ਾਖ ਬਣ ਰਹੀ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਹੱਥ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਦਾ ਮੰਨਿਆ ਜਾ ਸਕਦਾ ਹੈ ਜੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਬੀਜੇਪੀ ਜੁਆਇਨ ਨਹੀਂ ਕਰਨਗੇ, ਉਹਦੇ ਕਈ ਕਾਰਨ ਨੇ। ਬੀਜੇਪੀ ਨੂੰ ਵੀ ਲਾਸ ਹੁੰਦਾ ਉਸ ਚੀਜ਼ ਦਾ ਤੇ ਕੈਪਟਨ ਨੂੰ ਵੀ ਲਾਸ ਹੁੰਦਾ ਹੈ। ਇਹ ਦੋਨੋਂ ਚੀਜ਼ਾਂ ਦੇਖਦੇ ਹੋਏ ਇਹ ਸਿਰਫ ਬੈਕਫੁੱਟ ਤੇ ਜਾਂ ਪਰਦੇ ਪਿੱਛੇ ਜਿਹੜੀ ਹੁੰਦੀ ਹੈ ਗੇਮ, ਉਹ ਖੇਡੀ ਜਾ ਰਹੀ ਹੈ। ਤੇ ਜਿਹੜੇ ਲਗਾਤਾਰ ਕਾਂਗਰਸ ਦੇ ਔਰ ਅਕਾਲੀ ਲੀਡਰ ਜਿਹੜੇ ਲਗਾਤਾਰ ਬੀਜੇਪੀ ਦੇ ਬੇੜੇ 'ਚ ਚੜ੍ਹ ਰਹੇ ਨੇ, ਉਹਨਾਂ ਨੂੰ ਮੈਂ ਕਹਿ ਸਕਦਾ ਕਿ ਘੱਟੋ ਘੱਟ ਵੀ 50 ਨਹੀਂ, 50 ਤਾਂ ਚਲੋ ਘੱਟ ਰਹਿ ਗਿਆ, 60-70% ਜਿਹੜਾ ਹੈਗਾ ਉਹਦਾ ਰੋਲ ਕੈਪਟਨ ਅਮਰਿੰਦਰ ਸਿੰਘ ਦਾ ਮੰਨਿਆ ਜਾ ਸਕਦਾ ਹੈ। ਉਹੀ ਚੱਕਰ ਉਹੀ ਹੋ ਜਾਂਦਾ ਕਿ ਬੀਜੇਪੀ ਨੂੰ ਫਾਇਦਾ ਦੇਣਾ ਹੈ ਤਾਂ ਕਿਸ ਤਰ੍ਹਾਂ ਦੇਣਾ ਹੈ, ਤੇ ਦੂਜੀਆਂ ਪਾਰਟੀਆਂ ਖਾਸ ਕਰ ਕਾਂਗਰਸ ਇਸ ਵਾਰ, ਕਿਉਂਕਿ ਕਾਂਗਰਸ ਤੋਂ ਪਰੇ ਹੋਏ ਆ ਕੈਪਟਨ ਅਮਰਿੰਦਰ ਸਿੰਘ, ਤੇ ਦੂਜਾ ਕੇਵਲ ਸੈਂਟਰ ਦੇ ਵਿੱਚ ਜੇ ਕੋਈ ਬੀਜੇਪੀ ਦੀ ਤਕੜੀ ਦੁਸ਼ਮਣ ਹੈਗੀ ਹੈ ਤਾਂ ਕਾਂਗਰਸ ਹੈ ਫਿਲਹਾਲ ਦੀ ਘੜੀ, ਜੇ ਆਪਾਂ ਮੰਨ ਲਈਏ। ਚਾਹੇ ਉਹ ਲਗਾਤਾਰ ਹਾਰ ਰਹੀ ਹੈ, ਚਾਹੇ ਬਹੁਤ ਸਾਰਾ ਲਾਸ ਹੋ ਗਿਆ ਉਹਨੂੰ, ਚਾਹੇ ਉਹਦਾ ਦੇਸ਼ ਭਰ ਦੇ ਵਿੱਚ ਕਿਤੇ ਕਹਿ ਨਹੀਂ ਸਕਦੇ ਕਿ ਕਿਤੇ ਵੀ ਕੋਈ ਐਡਾ ਰਸੂਖ ਬਚਿਆ ਹੋਵੇ ਕਿ ਦੁਬਾਰਾ ਸੱਤਾ 'ਚ ਆ ਸਕੇ। ਪਰ ਫਿਰ ਵੀ ਕਾਂਗਰਸ ਲਗਾਤਾਰ ਰਾਜ ਕਰਦੀ ਰਹੀ ਹੈ, ਔਰ ਬੀਜੇਪੀ ਜਿਹੜੀ ਹੈਗੀ ਹੈ ਉਹ ਕਾਫੀ ਸਮੇਂ ਤੋਂ ਬਾਅਦ ਕਾਂਗਰਸ ਦੀ, ਆਪਾਂ ਕਹਿ ਲਓ ਕਿ ਕਾਂਗਰਸ ਦੀ ਦੌੜ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਟੱਕਰ ਦੇਣ ਵਾਸਤੇ ਹੁੰਦੇ ਨਾ, ਉਹਨੂੰ ਟੱਕਰ ਦੇ ਕੇ ਕਾਂਗਰਸ ਨੂੰ ਹੁਣ ਸੱਤਾ 'ਚ ਆਈ ਸੀ। ਇਹ ਲਗਾਤਾਰ
ਇਸੇ ਇੱਛਾ ਨਾਲ ਅੱਗੇ ਵਧ ਰਹੀ ਸੀ ਬੀਜੇਪੀ ਕਿ ਕਾਂਗਰਸ ਦੁਬਾਰਾ ਨਾ ਆਵੇ। ਸੋ ਦੇਸ਼ ਭਰ ਦੇ ਵਿੱਚ ਇੱਕ ਤਾਂ ਕੈਪਟਨ ਦਾ ਚਿਹਰਾ ਨਾਲ ਲੈ ਕੇ ਜਾਣਾ, ਦੂਜਾ ਪੰਜਾਬ ਦੇ ਵਿੱਚ ਲਾਸ ਵੱਲ ਜਾਣਾ ਬੀਜੇਪੀ ਦਾ, ਤੇ ਐਸੇ ਚਿਹਰੇ ਸ਼ਾਮਲ ਕਰਨ ਲਈ ਕਾਰਨ ਬਣਦਾ ਇੱਕ ਵੱਡਾ, ਚਾਹੇ ਕਿਸੇ ਤਰੀਕੇ ਨਾਲ ਕਰਨ ਜਿਨ੍ਹਾਂ ਨਾਲ ਲੋਕ ਪ੍ਰਭਾਵਿਤ ਹੋਣ, ਲੋਕਾਂ ਦੇ ਵਿੱਚ ਇਹ ਸ਼ਹਿ ਜਾਵੇ ਜਾਂ ਇਹ ਗੱਲ ਜਾਵੇ ਲੋਕਾਂ ਦੇ ਵਿੱਚ ਕਿ ਬੀਜੇਪੀ ਹੁਣ ਕੁਛ ਨਾ ਕੁਛ ਸੁਧਰ ਚੁੱਕੀ ਹੈ ਜਾਂ ਬੀਜੇਪੀ ਦੀਆਂ ਨੀਤੀਆਂ ਅੱਛੀਆਂ ਬਣ ਗਈਆਂ, ਜੇ ਜਾਂ ਜਿਨ੍ਹਾਂ ਦੇ ਲੋਕਾਂ ਨਾਲ ਵੋਟਾਂ ਜੁੜੀਆਂ ਹੋਣੀਆਂ ਨੇ, ਲੋਕਾਂ ਦੇ ਇਕੱਠ ਜੁੜੇ ਹੋਏ ਨੇ, ਜਾਂ ਉਹਨਾਂ ਦਾ ਪਿਛੋਕੜ ਤਕੜਾ ਰਿਹਾ ਕਿਸੇ ਪੋਲੀਟੀਕਲ ਪਾਰਟੀ ਨਾਲ, ਜਾਂ ਉਹ ਪੰਥਕ ਕਹਾਉਂਦੇ ਨੇ, ਠੀਕ ਹੈ, ਪੰਥਕ ਪਾਰਟੀ 'ਚ ਨੇ। ਤੇ ਇਹ ਵੀ ਹੈਗਾ ਨਾਲ ਕਿ ਸਿੱਖ ਵੋਟਰ ਜ਼ਿਆਦੇ ਆ ਪੰਜਾਬ 'ਚ, ਤੇ ਸਿੱਖ ਚਿਹਰੇ ਬੀਜੇਪੀ ਨੂੰ ਚਾਹੀਦੇ ਨੇ। ਹਿੰਦੂ ਵੋਟ ਤਾਂ, ਹਿੰਦੂ ਭਾਈਚਾਰੇ ਦੀ ਵੋਟ ਤਾਂ ਜਿਵੇਂ ਮੋਦੀ ਸਾਹਿਬ ਕਹਿ ਗਏ ਸੀ ਜਾਂਦੇ ਹੋਏ ਕਿ ਸੀਐਮ ਚੰਨੀ ਨੂੰ ਕਹਿ ਦਿਓ ਕਿ ਮੈਂ ਜਾਨ ਬਚਾ ਕੇ ਜਾਨ ਚਲਾ ਗਿਆ, ਮੇਰੀ ਜਾਨ ਬਚ ਗਈ, ਜੋ ਵੀ ਉਹਨਾਂ ਨੇ ਕਿਹਾ, ਤਾਂ ਉਹਦੇ ਨਾਲ ਤਾਂ ਦਹਿਸ਼ਤ ਫੈਲਦੀ ਹੋਈ ਆ। ਇੱਕ ਭਾਈਚਾਰੇ ਨੂੰ ਲੱਗਦਾ ਦੂਜਾ ਭਾਈਚਾਰਾ ਸ਼ਾਇਦ ਉਹਦਾ ਦੁਸ਼ਮਣ ਹੈ, ਇਸ ਕਰਕੇ ਉਹ ਉੱਧਰ ਨੂੰ ਮੂਵ ਕਰ ਜਾਂਦਾ ਵੋਟਾਂ ਵੇਲੇ, ਹੈ ਨਾ। ਤਾਂ ਪੰਜਾਬ ਦੇ ਵਿੱਚ ਤਾਂ ਸਿੱਖ ਵੋਟਰ ਨੂੰ ਜੋੜਨ ਵਾਸਤੇ ਸਿੱਖ ਚਿਹਰੇ, ਖਾਸ ਕਰ ਜਿਹੜੇ ਪੰਥਕ ਕਹਾਉਣ ਵਾਲੇ ਪਰਿਵਾਰ ਨੇ, ਉਹਨਾਂ ਨੂੰ ਪੱਟਣਾ ਬਹੁਤ ਜ਼ਰੂਰੀ ਆ। ਤੇ ਉਹ ਜ਼ਰੂਰੀ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿਆਦਾ ਪਤਾ ਹੈ ਇਸ ਪੋਲਿਟਿਕਸ ਦਾ, ਪੰਜਾਬ ਦੀ ਦਾ, ਤੇ ਉਹਨਾਂ ਨੂੰ ਪਤਾ ਕਿ ਇਸ ਬੰਦੇ ਦਾ ਚਿਹਰਾ, ਇਸ ਬੰਦੇ ਦਾ ਨਾਂ ਵਰਤ ਕੇ ਬਹੁਤ ਕੁਝ ਮਿਲਣਾ ਹੈ। ਉਹ ਮਿਲਣਾ ਜਾਂ ਨਾ ਮਿਲਣਾ ਲੋਕਾਂ ਤੇ ਡਿਪੈਂਡ ਕਰਦਾ, ਪਰ ਬੀਜੇਪੀ ਇਸ ਰੂਟ ਸੋਚਦੇ ਇਦਾਂ, ਉਹ ਬੀਜੇਪੀ ਇਸ ਰੂਟ ਤੇ ਹੈ, ਬੀਜੇਪੀ ਇਸ ਲੀਹ ਤੇ ਚੱਲ ਰਹੀ ਹੈ, ਜਾਂ ਬੀਜੇਪੀ ਇਸ ਰਸਤੇ 'ਤੇ ਚੱਲ ਰਹੀ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਊਗਾ। ਬਾਕੀ ਰਹੀ ਗੱਲ ਕਿ ਜਿਨ੍ਹਾਂ ਲੋਕਾਂ ਨੂੰ ਆਲੇ ਦੁਆਲੇ ਤੋਂ ਟਿਕਟ ਮਿਲਣ ਦੀ ਆਸ ਨਹੀਂ, ਉਹ ਨਾਲ ਜੁੜ ਰਹੇ ਨੇ। ਹੁਣ ਟੌੜਾ ਪਰਿਵਾਰ ਦਾ ਜਿਹੜਾ ਛੋਟਾ ਬੇਟਾ ਹੈਗਾ ਗੁਰਚਰਨ ਸਿੰਘ ਟੌੜਾ ਦਾ ਦੋਹਤਾ ਕਹਿ ਲਓ, ਉਹ ਹੁਣ ਬੀਜੇਪੀ ਜੁਆਇਨ ਕਰ ਗਿਆ। ਹੁਣ ਕਿਹਾ ਤਾਂ ਇਹੀ ਜਾਊਗਾ ਨਾ ਕਿ ਗੁਰਚਰਨ ਸਿੰਘ ਟੌੜਾ ਪਰਿਵਾਰ ਦਾ ਬੀਜੇਪੀ 'ਚ ਕਹਿ ਲਓ ਵੀ ਸ਼ਮੂਲੀਅਤ ਕਹਿ ਦਿਓ, ਜਾਂ ਟੌੜਾ ਪਰਿਵਾਰ ਦੀ ਟੌੜਾ ਪਰਿਵਾਰ ਨੇ ਭਾਗ ਲੈ ਲਿਆ, ਜਾਂ ਟੌੜਾ ਪਰਿਵਾਰ ਬੀਜੇਪੀ ਦੀ ਸਪੋਰਟ ਤੇ ਆ ਨਾਮ ਗਿਆ। ਤਾਂ ਉਹਨਾਂ ਦਾ ਜੁੜਨਾ, ਨਾਮ ਗੁਰਚਰਨ ਸਿੰਘ ਟੌੜਾ ਦਾ ਆ ਗਿਆ। ਹੁਣ ਗੁਰਚਰਨ ਸਿੰਘ ਟੌੜਾ ਦਾ ਅਸਰ ਕੀ ਹੈ ਪੰਜਾਬ ਦੇ ਵਿੱਚ, ਸਾਰੇ ਤਾਂ ਐਨਾਲਾਈਜ਼ ਨਹੀਂ ਕਰਦੇ ਨਾ ਚੀਜ਼ਾਂ ਨੂੰ, ਨਾ ਸਾਰੇ ਤਰਕ ਨਹੀਂ ਕਰਦੇ, ਬਹੁਤ ਸਾਰੇ ਲੋਕ ਭਾਵਨਾਤਮਕ ਤੌਰ ਤੇ ਤੁਰ ਪੈਂਦੇ ਨੇ। ਫਿਰ ਇਹਨਾਂ ਦਾ ਆਪਦਾ ਵੀ ਕੋਈ 10 15 20 50 ਜਿੰਨੇ ਵੀ ਹੈਗੇ ਨੇ ਵੋਟਰ ਕੀ ਸਪੋਰਟਰ ਕੀ ਹੋਣਗੇ। ਹਾਲਾਂਕਿ ਜਿਹੜੇ ਗੁਰਚਰਨ ਸਿੰਘ ਟੌੜਾ ਦੇ ਧੀ ਬਣੇ ਹੋਏ ਨੇ ਉਹ ਕੁਲਦੀਪ ਕੌਰ ਟੌੜਾ, ਉਹਨਾਂ ਦੇ ਹਸਬੈਂਡ ਹਰਮੇਲ ਸਿੰਘ ਟੌੜਾ, ਉਹ ਪਹਿਲਾਂ ਆਮ ਆਦਮੀ ਪਾਰਟੀ ਚਲੇ ਗਏ ਸੀ ਅਕਾਲੀ ਦਲ ਤੋਂ, ਫਿਰ ਦੁਬਾਰਾ ਹੁਣ ਅਕਾਲੀ ਦਲ 'ਚ ਸ਼ਮੂਲੀਅਤ ਹੋਈ ਹੈ ਉਹਨਾਂ ਦੀ, ਠੀਕ ਹੈ। ਪਰ ਉਹਨਾਂ ਦਾ ਇੱਕ ਬੇਟਾ ਜਿਹੜਾ ਛੋਟਾ ਬੇਟਾ ਹੈ ਉਹ ਬੀਜੇਪੀ 'ਚ ਮੂਵ ਕਰ ਗਿਆ। ਇਸੇ ਤਰ੍ਹਾਂ ਇੱਕ ਦੋ ਬੰਦੇ ਹੋਰ ਨੇ ਜਿਹੜੇ ਅਕਾਲੀ ਦਲ ਨਾਲ ਟੁੱਟ ਕੇ ਇੱਧਰ ਆਏ ਨੇ, ਤੇ ਇਸੇ ਤਰ੍ਹਾਂ ਕਾਂਗਰਸ ਤੋਂ ਅਰਵਿੰਦ ਖੰਨਾ ਸੰਗਰੂਰ ਤੋਂ, ਹੈ ਨਾ, ਉਹ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਆ। ਸੋ ਇਹ ਸਿਰਫ ਕੁਨਬਾ ਵੱਡਾ ਕਰਿਆ ਜਾ ਰਿਹਾ। ਕੁਨਬਾ ਵੱਡਾ ਕਰਨ ਦਾ ਮਤਲਬ ਹੈਗਾ ਕਿ ਦੂਜਿਆਂ ਦੀ ਵੋਟ ਤਾਂ ਘਟਾਓ, ਦੂਜਿਆਂ ਦਾ ਲਾਸ ਤਾਂ ਕਰੋ, ਕੱਲ ਨੂੰ ਕਿਤੇ ਪੈਰ ਇੰਨਾ ਕੁ ਤਾਂ ਜਮਾ ਸਕੀਏ ਕਿ ਕੱਲ ਨੂੰ ਕਿਸੇ ਨੂੰ ਸਹਾਇਤਾ ਦਈਏ, ਸਪੋਰਟ ਕਰੀਏ, ਜਾਂ ਸਾਡੀ ਸਪੋਰਟ ਤੋਂ ਬਿਨਾਂ ਕੋਈ ਸਰਕਾਰ ਨਾ ਬਣਾ ਸਕੇ, ਇਸ ਪੋਜੀਸ਼ਨ 'ਚ ਤਾਂ ਆਈਏ ਜੀ। ਦੂਜਿਆਂ ਨਾਲੋਂ ਬੰਦੇ ਤੋੜ ਕੇ ਉਹਨਾਂ ਦੀ ਵੋਟ ਖਰਾਬ ਕਰੀਏ, ਉਹਨਾਂ ਦਾ ਵੋਟ ਬੈਂਕ ਘਟਾਈਏ, ਸਾਡਾ ਵੋਟ ਬੈਂਕ ਤਾਂ ਵਧੇ। ਕੱਲ ਨੂੰ MP ਦੀਆਂ ਚੋਣਾਂ ਵੀ ਆਣੀਆਂ ਨੇ, ਉਹਨਾਂ ਦੇ ਵਿੱਚ ਵੀ ਦੇਖਣਾ ਹੈ। ਸੋ ਉਹ ਚੀਜ਼ ਦੇ ਉੱਤੇ ਲੀਹ ਦੇ ਉੱਤੇ ਬੀਜੇਪੀ ਤੁਰ ਰਹੀ ਹੈ। ਬੀਜੇਪੀ ਫਿਲਹਾਲ ਕਹਿ ਸਕਦੇ ਆਪਾਂ ਕਿ ਵੱਡੇ ਪਰਿਵਾਰਾਂ ਨੂੰ ਗ੍ਰਿਫਤ 'ਚ ਲੈ ਰਹੀ ਹੈ, ਜਕੜ 'ਚ ਲੈ ਰਹੀ ਹੈ। ਸਿਰਸਾ ਵਰਗੇ ਲੈ ਲਏ, ਮਨਜਿੰਦਰ ਸਿੰਘ ਸਿਰਸਾ ਹੋ ਗਿਆ, ਉੱਥੋਂ ਸ਼ੁਰੂ ਹੋਈ ਸੀ ਇਹ ਗੱਲ, ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸਪੋਰਟ 'ਚ ਆ ਗਏ, ਸੁਖਦੇਵ ਸਿੰਘ ਢੀਂਡਸਾ ਵਰਗੇ ਸਪੋਰਟ 'ਚ ਆ ਗਏ, ਠੀਕ ਹੈ। ਹੁਣ ਟੌੜਾ ਪਰਿਵਾਰ ਦਾ ਨਾਮ ਜੁੜ ਗਿਆ ਬੀਜੇਪੀ ਦੇ ਵਿੱਚ, ਯਾਨੀ ਕਿ ਇੱਕ ਪਾਸੇ ਬੀਜੇਪੀ ਵਾਲਾ ਪਾਸਾ ਜਿਹੜਾ ਕਿਹਾ ਜਾਂਦਾ ਸੀਗਾ ਕਿ ਸਿੱਖ ਵਿਰੋਧੀ RSS ਵਾਲੇ ਕਿਹਾ ਜਾਂਦਾ ਸੀ ਨਾ, ਉਹਨੂੰ ਧੋਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਦਾਂ ਕੋਰੀਡੋਰ ਖੋਲਣ ਦੀ ਗੱਲ ਹੋਈ, ਉਹ ਬੀਜੇਪੀ ਆਪਣੇ ਸਿਰਾ ਲੈ ਕੇ ਜਾਣਾ ਚਾਹੁੰਦੀ। ਜੁਆਇਨ ਵੀ ਬੀਜੇਪੀ ਉਹਨਾਂ ਨੇ ਕੀਤੀ ਹੈ ਜਿਹੜੇ ਲਗਾਤਾਰ ਬੀਜੇਪੀ ਨੂੰ ਸੰਘ ਕਹਿ ਕੇ ਬਦਨਾਮ ਕਰਦੇ ਰਹੇ ਹੈ, ਉਹਨਾਂ ਨੂੰ ਜੋੜਿਆ ਜਾ ਰਿਹਾ ਹੈ। ਤੇ ਦੂਜੀ ਗੱਲ ਹੁਣ ਜਿਵੇਂ ਦਸਮ ਪਾਤਸ਼ਾਹ ਦੇ ਜਿਹੜੇ ਸਾਹਿਬਜ਼ਾਦੇ ਸੀਗੇ, ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਸ਼ਹੀਦੀ ਦਾ ਦਿਵਸ ਮਨਾਉਣ ਦੀ ਗੱਲ ਕਰਕੇ, ਠੀਕ ਹੈ, ਤੇ ਉਹ ਚੀਜ਼ਾਂ ਕਰਕੇ ਮੋਦੀ ਸਰਕਾਰ ਇਹ ਚਾਹੁੰਦੀ ਹੈ, ਦੱਸਣਾ ਚਾਹੁੰਦੀ ਹੈ, ਜਾਂ
ਐ ਕਹਿ ਲਓ ਕਿ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਸਿੱਖ ਵਿਰੋਧੀ ਨਹੀਂ ਆ, ਹਮਦਰਦ, ਅਸੀਂ ਸਿੱਖ ਵਿਰੋਧੀ ਨਹੀਂ ਹੈਗੇ, ਤੇ ਵੋਟ ਹਾਸਲ ਕਰਨਾ ਮਕਸਦ ਹੈ ਜੀ। ਜਾਂਦੇ ਜਾਂਦੇ ਸਿੱਖਾਂ ਨੂੰ ਬਦਨਾਮ ਵੀ ਕਰ ਗਏ। ਠੀਕ ਹੈ, ਜਦੋਂ ਅੰਦੋਲਨ ਚੱਲਿਆ ਸੀਗਾ ਉਦੋਂ ਵੀ ਖਾਲਿਸਤਾਨੀ ਇਹ ਤਾਂ ਬੈਠੇ ਆ ਜਿਹੜੇ, ਠੀਕ ਹੈ, ਉਦੋਂ ਵੀ ਤਾਂ ਪੰਜਾਬ ਬੈਠਾ ਸੀ, ਉਦੋਂ ਵੀ ਸਿੱਖ ਬੈਠੇ ਸੀਗੇ, ਭਾਈਚਾਰਾ ਤਾਂ ਆਹੀ ਸੀ। ਹਾਂ, ਉਦੋਂ ਕਿਉਂ ਕਿਹਾ ਜਾ ਰਿਹਾ ਸੀ ਨਕਸਲੀ ਹੈ ਜੀ, ਇਹ ਤਾਂ ਖਾਲਿਸਤਾਨੀ ਹੈ ਜੀ, ਪਾਕਿਸਤਾਨ ਨਾਲ ਸੰਬੰਧ ਹੈ। ਇੱਕ ਪਾਸੇ ਪਾਕਿਸਤਾਨ ਨਾਲ ਸੰਬੰਧ ਜੋੜ ਕੇ ਸਾਰਿਆਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਇੱਕ ਪਾਸੇ ਬੰਦੀ ਸਿੰਘਾਂ ਨੂੰ ਲੰਮੇ ਸਮੇਂ ਜੇਲ੍ਹਾਂ ਦੇ ਵਿੱਚ ਬਿਠਾਈ ਰੱਖਿਆ ਹੋਇਆ, ਤੇ ਸਾਰਾ ਕੁਝ ਜਾਣੀ ਕਿ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਜਿਹੜਾ ਪਰਦੇ ਦੇ ਪਿਛਲਾ ਸੱਚ ਉਹ ਹੋਰ ਕੁਝ ਹੈ। ਤੇ ਹੁਣ ਡੇਰਾਵਾਦ ਵੀ ਦੀ ਸਿਆਸਤ ਵੀ ਤਾਂ ਕਰ ਰਹੀ ਹੈ ਬੀਜੇਪੀ। ਬੀਤੇ ਸਲਾਬਤਪੁਰੇ ਉੱਥੇ ਵੱਡਾ ਇਕੱਠ ਰੱਖਿਆ ਗਿਆ ਸੀ ਡੇਰਾ ਪ੍ਰੇਮੀਆਂ ਵੱਲੋਂ। ਦੇਖੋ, ਵੱਡੇ ਦਿਗਜਾਂ ਨੇ ਸ਼ਮੂਲੀਅਤ ਕੀਤੀ ਸੀ। ਸੁਰਜੀਤ ਜਿਆਣੀ ਹੋਰਾਂ ਨੇ ਤਾਂ ਇੱਥੋਂ ਤੱਕ ਇਹ ਗੱਲ ਕਹੀ ਹੈ ਕਿ ਮੈਂ ਤਾਂ ਰਾਮ ਰਹੀਮ ਹੋਰਾਂ ਨੂੰ ਸੰਤ ਮੰਨਦਾ, ਭਾਵੇਂ ਕੋਵਿਡ ਦੇ ਮੱਦੇਨਜ਼ਰ ਨੋਟਿਸ ਆ ਗਿਆ ਉਹਨਾਂ ਨੂੰ ਕਿ ਤੁਸੀਂ ਇਹਨਾਂ ਇਕੱਠ ਨਹੀਂ ਕਰ ਸਕਦੇ, ਜੋ ਸਰਕਾਰ ਵੱਲੋਂ ਹਦਾਇਤਾਂ ਰੱਖੀਆਂ ਗਈਆਂ ਸੀ ਤੁਸੀਂ ਉਲੰਘਣਾ ਕੀਤੀ ਹੈ। ਪਰ ਜਿਹੜੀ ਇਹ ਬੀਜੇਪੀ ਦੀ ਡੇਰਾਵਾਦ ਦੀ ਰਾਜਨੀਤੀ ਹੈ, ਬੀਤੇ ਅਸੀਂ ਕੱਲ੍ਹ ਵੀ ਆਪਣੇ ਇਸੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ, ਇਹ ਵੀ ਕਿਤੇ ਨਾ ਕਿਤੇ ਉਸੇ ਦਾ ਹੀ ਫੈਕਟਰ ਹੈ। ਦੇਖੋ, ਜੇ ਤਾਂ ਗੱਲ ਗੁਰਜਿੰਦਰ ਦੀ ਕਰਦੇ ਗੱਲਾਂ ਨੋਟਿਸ ਦੀ, ਵੀ ਕਰੋਨਾ ਕਰਕੇ ਇਕੱਠ ਕਰਕੇ ਨੋਟਿਸ ਕੱਢਿਆ ਗਿਆ, ਤਾਂ ਨੋਟਿਸ ਕੱਢਣਾ ਜ਼ਰੂਰੀ ਵੀ ਹੈਗਾ। ਇਕੱਠ ਹੋ ਰਿਹਾ, ਜੇ ਬਿਮਾਰੀ ਫੈਲ ਰਹੀ ਹੈ ਤਾਂ ਉਹ ਸਰਕਾਰ ਦੇਖੇ, ਸਰਕਾਰ ਦੇ ਕੰਮ ਨਾਲ ਡਿਊਟੀ ਹੈ, ਹੈ ਨਾ। ਜਿੱਦਾਂ ਦੀ ਸਥਿਤੀ ਹੈ ਉਸ ਮੁਤਾਬਕ ਜੇ ਸਾਰੇ ਬਾਕੀ ਲੋਕਾਂ ਦੇ ਉੱਤੇ ਕਾਰੋਬਾਰਾਂ ਤੇ ਪਾਬੰਦੀਆਂ ਲੱਗ ਸਕਦੀਆਂ ਨੇ, ਤਾਂ ਇਹੋ ਜਿਹੇ ਇਕੱਠਾਂ ਤੇ ਕਿਉਂ ਨਹੀਂ। ਦੂਜਾ ਹੈਗਾ, ਇਹ ਕੋਈ ਸਤਸੰਗ ਥੋੜ੍ਹੀ ਹੈ ਜਾਂ ਕੋਈ ਹੋਰ ਕਿਸੇ ਧਾਰਮਿਕ ਸਭਾ ਥੋੜ੍ਹੀ ਹੈ, ਤਾਂ ਇਹਦਾ ਚੋਣ ਰੈਲੀ ਹੈ, ਇਹ ਤਾਂ ਸ਼ਕਤੀ ਪ੍ਰਦਰਸ਼ਨ ਹੈ। ਹਾਂ, ਚੋਣ ਰੈਲੀ ਕਹਿ ਲਓ, ਚੋਣਾਂ ਦੇ ਵਿੱਚ ਰੈਲੀਆਂ ਕਰ ਰਹੇ ਨੇ ਇਹ। ਨਾ ਧਰਮ ਦਾ ਦਿੱਤਾ, ਕਿਸੇ ਦਾ ਧਰਮ ਦਾ ਕਿਹੜਾ ਉਹ ਨਾ ਡੇਰੇ ਦੇ ਨਾਲ ਸਤਸੰਗ ਦਾ ਦਿੱਤਾ ਕਿ ਸਤਸੰਗ ਹੋ ਰਹੀ ਹੈ ਜਾਂ ਜੋ ਵੀ ਹੋ ਰਿਹਾ, ਹੈ ਨਾ। ਉਹ ਗੱਲ ਹੈ। ਤੇ ਦੂਜੇ ਪਾਸੇ ਉਹ ਬੰਦਿਆਂ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਨੁਮਾਇੰਦੇ ਹੁੰਦੇ ਨੇ, ਜਿਹੜੇ ਜ਼ਿੰਮੇਵਾਰ ਨੇ, ਜਿਨ੍ਹਾਂ ਨੇ ਸਮਾਜ ਦੀ ਲੀਡ ਕਰਨੀ ਹੈ, ਹੈ ਨਾ, ਲੋਕਾਂ ਦੀ ਲੀਡ ਕਰਨੀ, ਲੀਡਰ ਬਣੇ ਹੋਏ ਨੇ, ਉਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਨੂੰ ਨੋਟਿਸ ਥੋੜ੍ਹੀ ਹੋਣਾ ਚਾਹੀਦਾ ਜੀ। ਉਹ ਉੱਥੇ ਜਾ ਕੇ ਇਕੱਠ ਦੇ ਵਿੱਚ ਬੈਠ ਰਹੇ ਨੇ, ਜਦੋਂ ਕਿ ਇਲੈਕਸ਼ਨ ਕਮਿਸ਼ਨ ਨੇ ਬਕਾਇਦਾ ਤੌਰ ਤੇ ਹਦਾਇਤਾਂ ਜਾਰੀ ਕਰਤੀਆਂ, ਠੀਕ ਹੈ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਫਿਰ ਤੁਸੀਂ ਗੱਲ ਕਰਦੇ ਹੋ ਕਿ ਡੇਰਾਵਾਦ ਦਾ ਸਹਾਰਾ ਲਿਆ ਜਾ ਰਿਹਾ। ਦੇਖੋ, ਪੈਸੇ ਦੀ ਅੱਜ ਕੱਲ੍ਹ ਰਾਜਨੀਤੀ ਹੈ ਸਾਰੀ, ਪੈਸੇ ਦਾ ਸਾਰਾ ਕੁਝ ਹੀ ਅੱਜ ਕੱਲ੍ਹ ਪੈਸਾ ਹੀ ਹੋ ਗਿਆ। ਹਰ ਇੱਕ ਚੀਜ਼ ਪੈਸੇ ਤੇ ਡਿਪੈਂਡ ਕਰ ਰਹੀ ਹੈ। ਕੋਈ ਵੀ ਚੀਜ਼ ਹੈ ਕਿਤੇ, ਚਾਹੇ ਤੁਸੀਂ ਪਰਿਵਾਰ 'ਚ ਦੇਖ ਲਓ, ਧੀਆਂ ਪੁੱਤ, ਰਿਸ਼ਤੇ ਨਾਤੇ, ਸਭ ਕੁਛ ਵੀ ਲੈ ਲਓ, ਦੋਸਤ ਮਿੱਤਰ ਯਾਰ, ਕਾਰੋਬਾਰ, ਸਭ ਕੁਛ ਪੈਸੇ ਨਾਲ ਸੰਬੰਧਿਤ ਹੋ ਗਿਆ, ਪੈਸਾ ਮੁੱਖ ਹੋ ਗਿਆ ਜੀ। ਹੁਣ ਜਿਸ ਪਾਰਟੀ ਕੋਲ ਪੈਸਾ ਹੈ, ਬੀਜੇਪੀ ਕੋਲ ਪੈਸਾ ਹੈ, ਬੀਜੇਪੀ ਨੇ ਕਾਰਪੋਰੇਟਾਂ ਨਾਲ ਜਾਰੀ ਪਾਈ ਹੋਈ ਹੈ, ਕਾਰਪੋਰੇਟਾਂ ਨੇ ਪੈਸਾ ਸਿੱਟਿਆ ਹੋਇਆ ਪਾਰਟੀ ਕੋਲ, ਤੇ ਇਸ ਪੈਸੇ ਨਾਲ ਸਾਰਾ ਕੁਝ ਖਰੀਦਿਆ ਜਾ ਸਕਦਾ। ਕੌਣ ਹੈ ਜਿਹੜਾ ਨਹੀਂ ਵਿਕਦਾ, ਮੁੱਲ ਪੈਣਾ ਚਾਹੀਦਾ। ਸੋ ਜਿਹੜੇ ਡੇਰੇ ਨੇ ਜਾਂ ਹੋਰ ਐਡੇ ਵੱਡੇ ਸੰਸਥਾਨ ਨੇ ਜਿਨ੍ਹਾਂ ਜਾਂ ਕਹਿ ਲਓ ਕਿ ਜਿਹੜੇ ਲੰਮੇ ਸਮੇਂ ਤੋਂ ਰਾਜਨੀਤੀ ਤੋਂ ਅੱਖੋਂ ਪਰੋਖੇ ਕਰਕੇ ਲੋਕਾਂ ਨੂੰ ਬਿਠਾਇਆ ਗਿਆ, ਪਾਰਟੀਆਂ ਨੇ ਥੱਲੇ ਸਿੱਟ ਰੱਖਿਆ, ਜਾਂ ਟਿਕਟਾਂ ਨਹੀਂ ਮਿਲੀਆਂ, ਜਾਂ ਨਾ ਕੋਈ ਕਾਰੋਬਾਰ ਚੱਲਣ ਦੇ ਰਿਹਾ ਉਹਨਾਂ ਦਾ, ਕੋਈ ਮਾਫੀ ਦਾ ਅੱਗੇ ਆਉਣ ਦਾ, ਕਿਉਂਕਿ ਬਾਕੀ ਐਮਐਲਏ ਵੀ ਬਣੇ ਹੋਏ ਨੇ, ਉਹ ਪਿੱਛੇ ਛੱਡ ਦਿੰਦੇ ਨੇ, ਤੇ ਉਹ ਬੰਦਿਆਂ ਨੂੰ ਫਿਰ 4 ਪੈਸੇ ਦੇ ਕੇ ਨਾਲ ਵੀ ਜੋੜਿਆ ਜਾ ਰਿਹਾ। ਤੇ ਡੇਰਿਆਂ ਨੂੰ ਵੀ ਪੈਸਾ ਚਾਹੀਦਾ ਹੈ ਜੀ। ਲੰਮੇ ਸਮੇਂ ਤੋਂ ਬੰਦ, ਕਰੋਨਾ ਕਰਕੇ ਬੰਦ ਪਏ ਨੇ। ਹੁਣ ਜਿਹੜੇ ਸਾਧ ਸੰਤ ਕਹਿੰਦੇ ਨੇ ਕਿ ਮਾਇਆ ਤੋਂ ਪਰੇ ਰਹੋ, ਉਹਨਾਂ ਨੂੰ ਗੱਫਿਆਂ ਦੇ ਗੱਫੇ ਮਿਲ ਰਹੇ ਨੇ, ਚਾਹੇ ਸਰਕਾਰ ਦੇ ਰਹੀ ਹੈ, ਪੰਜਾਬ ਦੀ ਦੇ ਰਹੀ ਹੈ, ਚਾਹੇ ਸੈਂਟਰ ਦੀ ਦੇ ਰਹੀ ਹੈ। ਮਕਸਦ ਤਾਂ ਇੱਕੋ ਹੀ ਹੈ ਨਾ ਕਿ ਸਾਨੂੰ ਵੋਟਾਂ ਦਿਓ। ਬਿਲਕੁਲ ਦੇਣਾ ਚਾਹੀਦਾ ਤਾਂ ਸਕੂਲਾਂ ਨੂੰ ਦੇ ਦਿਓ, ਹਸਪਤਾਲਾਂ ਨੂੰ ਦਿਓ, ਜੇ ਦੇਣਾ ਹੀ ਆ। ਕੋਈ ਲੁਕਵੇਂ ਤੌਰ ਤੇ ਦੇ ਰਿਹਾ ਤੇ ਕੋਈ ਸਿੱਧੇ ਤੌਰ ਤੇ ਗ੍ਰਾਂਟਾਂ ਦੇ ਰੂਪ 'ਚ ਦੇ ਰਿਹਾ। ਤੇ ਬਾਕੀ ਰਹੀ ਗੱਲ ਬੀਜੇਪੀ ਦੀ, ਤਾਂ ਬੀਜੇਪੀ ਤਾਂ ਸਰੇਆਮ ਖਰੀਦੇਗੀ, ਉਹਨਾਂ ਨੂੰ ਲੋੜ ਹੈ, ਤੇ ਵਿਕਣ ਵਾਲੇ ਬਥੇਰੇ ਨੇ। ਤੇ ਜਿਵੇਂ ਡੇਰੇ ਇਹ ਇਕੱਠ ਦੇ ਰੂਪ ਵਿੱਚ ਇਸੇ ਕਰਕੇ ਇਕੱਠ ਕਰਦੇ ਨੇ, ਲੋਕਾਂ ਨੂੰ ਇਸੇ ਕਰਕੇ ਇਕੱਠ ਦੇ ਰੂਪ 'ਚ ਬੁਲਾਉਂਦੇ ਨੇ, ਦਿਖਾਉਣ ਵਾਸਤੇ ਵੀ ਸਾਡੇ ਕੋਲ ਇੰਨੀ ਵੋਟ ਆ। ਤੇ ਇਹ ਵੋਟ ਵਿਕਦੀ ਹੈ ਉੱਥੇ। ਜਿਵੇਂ ਹੁਣ ਜਨਵਰੀ ਦੇ ਅਖੀਰਲੇ ਹਫ਼ਤੇ 'ਚ ਬਜਟ ਆਉਣਾ ਸੈਂਟਰ ਗੌਰਮੈਂਟ ਦਾ, 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਉਸ ਬਜਟ ਨੂੰ ਇਸ ਤਰੀਕੇ ਨਾਲ ਮੈਨੂਪਲੇਟ ਕੀਤਾ ਜਾ ਸਕਦਾ ਕਿ ਇਹਨਾਂ ਸੂਬਿਆਂ ਦੇ ਵਿੱਚ ਫਾਇਦਾ ਮਿਲੇ ਬੀਜੇਪੀ ਨੂੰ। ਦੇਖੋ, ਬਜਟ ਸੈਂਟਰ ਦਾ ਹੈਗਾ ਤਾਂ ਉਹਨੂੰ ਨਾ ਤਾਂ ਚੋਣ ਕਮਿਸ਼ਨ ਉਹਦੇ 'ਚ ਕੋਈ ਦਖਲਅੰਦਾਜ਼ੀ ਕਰ ਸਕਦਾ। ਚੋਣਾਂ ਸੂਬਿਆਂ 'ਚ ਨੇ, ਪ੍ਰਭਾਵਿਤ ਕਰਨ ਵਾਸਤੇ ਕੁਝ ਵੀ ਕਰ ਸਕਦੇ ਆ। ਇਹ ਤਾਂ ਇਹ ਵੱਖਰੀ ਗੱਲ ਹੈ। ਐਲਾਨ ਤਾਂ ਰੋਕ ਨਹੀਂ ਨਾ ਸਕਦੇ। ਜਿਹੜੇ ਪੈਕੇਜ ਹੁਣ ਡਿਵਾਈਡ ਕਰਨੇ ਨੇ,
ਸਟੇਟ ਵਾਈਜ਼ ਜੀ ਜਿਨ੍ਹਾਂ ਦੇ ਵਿੱਚ ਚੋਣਾਂ ਨੇ, ਉਹਨਾਂ ਦਾ ਕਿਹੜਾ ਨਾਂ ਨਹੀਂ ਲੈਣਗੇ? ਉਹ ਲੈ ਸਕਦੇ ਨੇ ਉਹ ਨਾਂ, ਕਿਉਂਕਿ ਸੈਂਟਰ ਦਾ ਬਜਟ ਹੈ। ਸੈਂਟਰ ਦੀਆਂ ਚੋਣਾਂ ਹੁਣ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਤਾਂ 2024 ਚ ਨੇ, ਐਲਾਨ ਹੀ ਕਰਨਾ ਹੈ। ਠੀਕ ਹੈ, ਉਹ ਉਸ ਨੂੰ ਸਟੇਟ ਦੀ ਰਾਜਨੀਤੀ ਨਾਲ ਨਹੀਂ ਨਾ ਜੋੜ ਕੇ ਦੇਖਿਆ ਜਾ ਸਕਦਾ ਜੀ। ਤੇ ਉਹ ਜੇ ਇਦਾਂ ਦੇ ਐਲਾਨ ਕਰਨਗੇ, ਚਾਹੇ ਉਹਨਾਂ ਸੂਬਿਆਂ ਵਾਸਤੇ ਕਰਨ, ਤਾਂ ਉਹ ਪ੍ਰਭਾਵਿਤ ਵੀ ਕਰਨਗੇ, ਲੋਕਾਂ ਨੂੰ ਤਾਂ ਪ੍ਰਭਾਵਿਤ ਕਰਦੇ ਹੀ ਨੇ ਨਾ। ਤੇ ਗੁਣਗਾਨ ਵੀ ਕਰਦਾ ਗੱਲ ਆਪਣੀ ਪਾਰਟੀ ਦਾ ਵੀ ਸਟੇਟ ਨੂੰ ਸਾਡੀ ਸੈਂਟਰ ਗੌਰਮੈਂਟ ਨੇ ਆਹ ਪੈਕੇਜ ਦਿੱਤੇ ਹੈ, ਉਹਨੂੰ ਪ੍ਰਚਾਰੇਗਾ, ਲਿਆ ਕੇ ਉਹਦੇ 'ਚ ਲੋਕਾਂ ਦੇ ਸਾਹਮਣੇ ਰੱਖੇਗਾ। ਤੇ ਕਿਤੇ ਨਾ ਕਿਤੇ ਦੇਖੋ, ਹਾਲਾਤ ਬਦਲਣ ਦੇ ਲਈ ਬਹੁਤ ਕੁਝ ਸਹਾਇਕ ਹੁੰਦਾ ਹੈ ਜੀ। ਬਿਆਨ ਵੀ, ਪੈਕੇਜ, ਐਲਾਨ ਵੀ, ਪੈਸਾ ਵੀ, ਬੰਦੇ ਦੀ ਆਪਣੀ ਇੱਛਾ ਵੀ, ਬੰਦੇ ਦਾ ਆਪਣਾ ਦਿਮਾਗ ਵੀ। ਕਈ ਤਰਕ ਨਾਲ ਸੋਚਦੇ ਨੇ, ਕਈ ਭਾਵਨਾਤਮਕ ਤੌਰ ਤੇ ਸੋਚਦੇ ਨੇ ਜਦੋਂ ਵੋਟ ਦੇਣਾ ਹੁੰਦਾ ਹੈ ਨਾ। ਤਾਂ ਸਾਰਾ ਕੁਝ ਕਈ ਸੁਰਲੀਆਂ ਚ ਆ ਜਾਂਦੇ ਨੇ, ਕਈ ਹਵਾ 'ਚ ਬਹਿ ਜਾਂਦੇ ਨੇ, ਕਈ ਲੋਕਾਂ ਦੇ ਭਰਮਾਏ ਹੁੰਦੇ ਨੇ, ਕਈ ਦੱਬੇ ਹੁੰਦੇ ਨੇ ਆਸਾਨਾਂ ਦੇ। ਵੋਟਾਂ ਦਾ ਪੈਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ, ਕਿਹੜੇ ਕਾਰਨ ਕਰਕੇ ਕੌਣ ਵੋਟ ਪਾ ਗਿਆ ਉਹ ਉਸ ਟਾਈਮ ਪਤਾ ਉਸ ਨੂੰ ਹੁੰਦਾ ਜਿਹੜਾ ਵੋਟ ਪਾ ਰਿਹਾ ਹੁੰਦਾ। ਯਾਨੀ ਕਿ ਪ੍ਰਭਾਵਿਤ ਹੋਣਾ ਬੰਦੇ ਦਾ ਸੁਭਾਅ ਹੈ ਤੇ ਪ੍ਰਭਾਵਿਤ ਹੁੰਦਾ ਹੈ। ਹੁਣ ਕਿਸ ਕਾਰਨ ਪ੍ਰਭਾਵਿਤ ਹੁੰਦਾ ਹੈ, ਵੱਖਰੇ ਕਾਰਨ ਹੋ ਸਕਦੇ ਨੇ। ਜੀ ਬਿਲਕੁਲ। ਸ਼੍ਰੋਮਣੀ ਅਕਾਲੀ ਦਲ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ, ਉਹ ਜਿੰਨੀ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਨੇ, ਉਹਦੇ 'ਚ ਇੱਕ ਖਾਸ ਗੱਲ ਹੁੰਦੀ ਸੀ ਕਿ ਪੰਥ ਨੂੰ ਖਤਰਾ। ਹਾਲਾਂਕਿ ਕਿ ਜਦੋਂ ਖਤਰਾ, ਇਹ ਗੱਲ ਅੱਜ ਤੱਕ ਕਲੀਅਰ ਨਹੀਂ ਹੋਈ। ਹੁਣ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਕਿ ਜਦੋਂ ਸਿਆਸਤਦਾਨ ਇਹ ਗੱਲ ਕਹਿੰਦੇ ਨੇ ਕਿ ਪੰਥ ਨੂੰ ਖਤਰਾ, ਅਸਲ 'ਚ ਖਤਰਾ ਪੰਥ ਨੂੰ ਨਹੀਂ ਹੁੰਦਾ, ਸਿਆਸਤਦਾਨਾਂ ਦੀ ਕੁਰਸੀ ਨੂੰ ਖਤਰਾ ਹੁੰਦਾ। ਦੇਖੋ, ਸ਼ਬਦਿਕ ਅਰਥ ਨਾਲ ਜੇ ਜਾਈਏ, ਪਹਿਲਾਂ ਤਾਂ ਜੇ ਸ਼ਬਦਿਕ ਅਰਥ ਦੇਖ ਲਓ, ਪੰਥ ਦਾ ਸ਼ਬਦਿਕ ਅਰਥ ਰਸਤਾ ਹੀ ਹੋਇਆ ਜੀ। ਠੀਕ ਹੈ। ਤੇ ਜੇ ਤੁਸੀਂ ਹੁਣ ਪੰਥ ਨੂੰ, ਪਹਿਲਾਂ ਤਾਂ ਗੱਲ ਇਹ ਦੱਸਣਾ ਚਾਹੀਦਾ ਹੈ, ਜਿਹੜਾ ਕੋਈ ਕਹਿੰਦਾ ਪੰਥ ਨੂੰ ਖਤਰਾ, ਕੋਈ ਕਹਿੰਦਾ, ਚਾਹੇ ਬਾਦਲ ਪਰਿਵਾਰ ਕਹਿੰਦਾ, ਚਾਹੇ ਸਿਰਸਾ ਕਹਿੰਦਾ, ਚਾਹੇ ਇਹ ਵੀ ਕਹਿੰਦੇ ਨੇ ਕਿ ਪੰਥ ਨੂੰ ਕੋਈ ਖਤਰਾ ਨਹੀਂ, ਪਰ ਦੱਸਣਾ ਚਾਹੀਦਾ ਕਿ ਪੰਥ ਕੌਣ ਆ, ਕਿਸ ਨੂੰ ਪੰਥ ਮੰਨਦੇ ਹੋ ਜੀ। ਗੁਰੂ ਦੇ ਉਪਦੇਸ਼ ਨੂੰ ਪੰਥ ਮੰਨਦੇ ਹੋ, ਗੁਰੂ ਸਾਹਿਬਾਨਾਂ ਦੇ, ਉਹਨਾਂ ਦੀ ਡੈਫੀਨੇਸ਼ਨ ਸਿੱਖ ਕੌਮ ਤੋਂ ਹੈ। ਨਹੀਂ, ਸਿੱਖ ਕੌਮ ਨੂੰ ਪੰਥ ਕਹਿਣਾ ਇਹ ਕਿਤੇ ਹੈ ਹੀ ਨਹੀਂ ਦਬੀ ਸਿੱਖ ਕੌਮ ਨੂੰ ਪੰਥ ਹੈ। ਪੰਥ ਤਾਂ ਇੱਕ ਜੇ ਸ਼ਬਦ ਤੇ ਦੇਖਿਆ ਜਾਵੇ, ਤੁਰਨਾ, ਰਸਤੇ ਤੇ ਤੁਰਨਾ ਕਹਿ ਲਓ, ਵੀ ਉਸ ਰਸਤੇ ਤੇ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣਾ, ਇਹ ਕੋਈ ਵੀ ਜੀ ਸਕਦਾ ਹੈ ਜੀ। ਉਹ ਪੰਥ ਦਾ ਹਿੱਸਾ ਹੀ ਬਣ ਜਾਂਦਾ ਇੱਕ ਤਰ੍ਹਾਂ ਨਾਲ। ਪਰ ਜਿਹੜਾ ਸਿੱਖ ਕੌਮ ਨੂੰ, ਪਹਿਲਾਂ ਤਾਂ ਇਹ ਕਹਿਣ ਕਿ ਸਿੱਖ ਕੌਮ ਨੂੰ ਪੰਥ ਕੌਣ ਕਹਿੰਦਾ ਹੈ, ਉਹ ਆਉਣ ਸਾਹਮਣੇ। ਤੇ ਜੇ ਸਿੱਖ ਕੌਮ ਨੂੰ ਅੱਜ ਖਤਰਾ ਕਿਹੜਾ ਹੈ, ਕਦੋਂ ਖਤਰਾ ਸੀ ਸਿੱਖ ਕੌਮ ਨੂੰ? ਸਿੱਖ ਕੌਮ ਤਾਂ ਖਤਰਿਆਂ ਦੇ ਵਿੱਚੋਂ ਨਿਕਲ ਕੇ ਤਾਂ ਆਏ ਆ, ਇਹ ਪੈਦਾਇਸ਼ ਉੱਥੋਂ ਕਹਿ ਲਓ ਇਹਨਾਂ ਦੀ। ਠੀਕ ਹੈ। ਤੇ ਦੂਜੀ ਗੱਲ, ਜਿਹੜਾ ਬੰਦਾ ਐ ਕਹੇ ਕਿ ਸਿੱਖ ਕੌਮ ਪੰਥ ਨੂੰ ਖਤਰਾ ਆ, ਉਸ ਟਾਈਮ ਦੱਸੇ ਨਾ ਕਿ ਇਹ ਲੋਕਾਂ ਦੇ ਉੱਤੇ ਆਹ ਭੀੜ ਪੈ ਰਹੀ ਹੈ, ਸਿਵਾਏ ਇੱਕ ਵੀ ਹੁਣ ਸਾਡੀ ਸਰਕਾਰ ਗਿਰ ਰਹੀ ਹੈ, ਦੂਜੀ ਬਣਨ ਨੂੰ ਤਿਆਰ ਹੈ, ਅਸੀਂ ਲੋਕਾਂ 'ਚ ਰੌਲਾ ਪਾ ਦਈਏ ਪੰਥ ਨੂੰ ਖਤਰਾ ਹੈ। ਠੀਕ ਹੈ। ਤੇ ਜਿਹੜਾ ਇਹ ਕਹਿੰਦਾ ਕਿ ਪੰਥ ਨੂੰ ਖਤਰਾ ਨਹੀਂ, ਉਹ ਇਹ ਦੱਸ ਦੇਵੇ ਵੀ ਖਤਰਾ ਕਦੋਂ ਨਹੀਂ ਸੀ ਪਹਿਲਾਂ, ਉਹਦਾ ਆਪੇ ਨਿਕਲਣ ਜਾਣਦਾ। ਜੇ ਤੁਸੀਂ ਸਿੱਖ ਕੌਮ ਨੂੰ ਪੰਥ ਕਹਿੰਦੇ ਨੇ, ਤਾਂ ਉਹਨੇ ਤਾਂ ਮੁਸੀਬਤਾਂ ਨਾਲ ਪੰਗੇ ਲਏ, ਮੁਸੀਬਤਾਂ ਝੱਲੀਆਂ, ਜਰੀਆਂ, ਉਹਨਾਂ ਨਾਲ ਲੜਾਈਆਂ ਕਰੀਆਂ, ਉਹਨਾਂ ਨੂੰ ਦੂਰ ਕਰ ਲਿਆ। ਉਹਨਾਂ ਨੂੰ ਕੋਈ ਇਸ ਤਰ੍ਹਾਂ, ਹਾਂ, ਸਰਕਾਰ ਬਣਾਉਣ ਵਾਸਤੇ ਕੋਈ ਦੂਜਾ ਫਾਇਦਾ ਲੈ ਰਿਹਾ, ਉਹ ਬੋਲ ਰਿਹਾ ਪੰਥ ਨੂੰ ਖਤਰਾ, ਤਾਂ ਅਸੀਂ ਕਹਿ ਦਈਏ ਕਿ ਪੰਥ ਨੂੰ ਕੋਈ ਖਤਰਾ ਨਹੀਂ ਹੈਗਾ, ਤਾਂ ਸਾਡਾ ਵੀ ਉਹਦੇ ਪਿੱਛੇ ਮੋਟਿਵ ਇਹੀ ਹੈ ਕਿ ਮੈਂ ਵੋਟਾਂ ਲੈਣੀਆਂ ਨੇ ਜੀ। ਇਹ ਜਿਹੜਾ ਕਹਿੰਦਾ ਕਿ ਪੰਥ ਨੂੰ ਖਤਰਾ, ਉਹਦਾ ਵੀ ਮੋਟਿਵ ਇਹੀ ਹੁੰਦਾ ਕਿ ਮੈਂ ਵੋਟਾਂ ਲੈਣੀਆਂ ਨੇ। ਠੀਕ ਹੈ। ਲੋਕਾਂ ਨੂੰ ਇਹ ਅਹਿਸਾਸ ਕਰਾਤਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਭਰਤਾ ਕਿ ਤੁਸੀਂ ਪੰਥ ਹੋ, ਤੁਹਾਨੂੰ ਪੰਥ ਕਿਹਾ ਜਾਂਦਾ ਹੈ, ਤੁਹਾਨੂੰ ਖਤਰਾ ਹੈ, ਸਾਡੀ ਕੁਰਸੀ ਚਲੇਗੀ, ਖਤਰਾ ਤੁਹਾਨੂੰ ਹੋਗਾ। ਜਿਵੇਂ ਹੁਣ ਬੀਜੇਪੀ ਕਹਿੰਦੀ ਹੈ, ਬੀਜੇਪੀ ਵੀ ਕਹਿੰਦੀ ਹੈ ਨਾ, ਇੱਧਰ ਪੰਥ ਦਾ ਨਾਮ ਵਰਤ ਲਿਆ, ਉੱਧਰ ਹਿੰਦੂਤਵ ਦਾ ਨਾਮ ਵਰਤ ਲਿਆ। ਠੀਕ ਹੈ। ਉਹ ਕਹਿੰਦੇ ਰਾਮ ਜੀ ਨੂੰ ਖਤਰਾ ਹੋ ਜਾਊਗਾ, ਮੰਦਿਰ ਨੂੰ ਖਤਰਾ ਹੋ ਜਾਊਗਾ ਜੀ, ਹਿੰਦੂ ਧਰਮ ਨੂੰ ਖਤਰਾ ਹੋ ਜਾਊਗਾ ਜੀ। ਠੀਕ ਹੈ। ਖਤਰਾ ਉਹ ਕਿਸੇ ਧਰਮ ਨੂੰ ਜਾਂ ਕਿਸੇ ਲੋਕਾਂ ਕੋਲ ਖਾਣ ਨੂੰ ਦਾਣੇ ਨਹੀਂ, ਰਹਿਣ ਨੂੰ ਘਰ ਨਹੀਂ, ਮਹਿੰਗਾਈ ਵੱਧ ਗਈ, ਸਿੱਖਿਆ ਨਹੀਂ, ਸਹੂਲਤਾਂ ਨਹੀਂ, ਹਸਪਤਾਲਾਂ ਦੇ ਵਿੱਚ ਜਾ ਕੇ ਬੰਦਾ ਮਰ ਜਾਂਦਾ ਹੈ, ਦਵਾਈਆਂ ਉੱਥੇ ਨਹੀਂ। ਇਹਦੇ ਵੱਡਾ ਖਤਰਾ ਉਹਨਾਂ ਨੂੰ ਹੋਰ ਕੀ ਹੋਊਗਾ ਜੀ। ਇਹ ਖਤਰਿਆਂ ਤੋਂ ਜਾਣੂ ਨਹੀਂ ਕਰਵਾਇਆ ਜਾਂਦਾ।
ਨਾ ਹੀ ਇਹ ਖਤਰੇ ਦੂਰ ਕਰੇ ਜਾਂਦੇ ਨੇ ਕਿਸੇ ਨੇ। ਆਪਦੀ ਕੁਰਸੀ ਨੂੰ ਖਤਰਾ ਹੈ ਜਾਂ ਆਪਦੀ ਕੁਰਸੀ ਲੈ ਕੇ ਆਉਣੀ ਆ, ਅਸੀਂ ਆਪਣੀ ਕੁਰਸੀ ਤੇ ਬੈਠਣਾ ਹੈ ਬਸ, ਤਾਂ ਆ। ਧਰਮ ਨੂੰ ਖਤਰਾ ਤਾਂ ਹੁੰਦਾ ਹੈ। ਧਰਮ ਦਾ ਨਾਂ ਦੇਤਾ ਨਾ, ਪੰਥ ਜਾਂ ਹਿੰਦੂ ਦਾ ਜੋ ਵੀ ਦੇਣਾ ਹੈ, ਕਿਤੇ ਮੁਸਲਿਮ ਧਰਮ ਦੇਤਾ, ਕਿਤੇ ਈਸਾਈ ਧਰਮ ਦੇਤਾ, ਜਿੱਥੇ ਵੀ ਜਿਹੜਾ ਵੀ ਲੱਗਦਾ ਕਿਸੇ ਦਾ ਲੋਟ ਵੀ ਆਹ ਧਰਮ ਦੇ ਨਾਂ ਦੇ ਉੱਤੇ ਆਹ ਖੇਡ ਲਵੋ, ਉੱਥੇ ਖਤਰਾ ਦੱਸ ਕੇ ਉਸ ਕੌਮ ਨੂੰ ਤੇ ਫਾਇਦਾ ਲੈ ਲੈਂਦੇ ਨੇ। ਸੋ ਗੱਲ ਇੰਨੀ ਕੁ ਹੁੰਦੀ ਆ। ਹੋਰ ਕਿਸੇ ਨੂੰ ਕੋਈ ਖਤਰਾ ਨਾ ਇਹਨਾਂ ਨੇ ਬਚਾਉਣਾ, ਜੇ ਖਤਰਾ ਪੈਦਾ ਵੀ ਹੈ ਜਾਂ ਨਹੀਂ ਹੈ, ਨਾ ਪੈਦਾ ਕਰਨਾ ਇਹਨਾਂ ਨੇ ਨਾ ਬਚਾਉਣਾ। ਤੁਸੀਂ ਸਿਰਸਾ ਦੇ ਬਿਆਨ ਨੂੰ ਇਸ ਸੰਦਰਭ ਵਿੱਚ ਵੀ ਦੇਖੋ ਕਿ ਇਸ ਵਾਰ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਅਲੱਗ ਚੋਣ ਲੜ ਰਹੇ ਨੇ ਤੇ ਸਿਰਸਾ ਸਾਹਿਬ ਚਲੇ ਗਏ ਬੀਜੇਪੀ 'ਚ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਪੰਥ ਖਤਰੇ 'ਚ ਹੈ, ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੇ ਹੈ ਬੀਜੇਪੀ ਤਰਫੋਂ। ਬਿਲਕੁਲ ਉਹੀ ਗੱਲ ਹੈ ਕਿ ਬਾਦਲ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਨਾ, ਉਦੋਂ ਪੰਥ ਨੂੰ ਖਤਰਾ ਹੁੰਦਾ। ਉਦੋਂ ਬਿਆਨ ਸਾਰੇ ਅੱਜ ਦੇ ਨਹੀਂ, ਪਿਛਲੇ ਕਈ ਸਾਲਾਂ ਦੇ ਚੱਕ ਕੇ ਅਖਬਾਰ ਦੇਖ ਲਓ, ਬਿਆਨਬਾਜ਼ੀ ਆਉਂਦੀ ਕਿ ਪੰਥ ਨੂੰ ਖਤਰਾ ਹੈ ਜੀ। ਤੇ ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਚਾਹੇ ਬੇਅਦਬੀਆਂ ਹੋ ਜਾਣ, ਉਦੋਂ ਕੋਈ ਪੰਥ ਨੂੰ ਖਤਰਾ ਨਹੀਂ। ਉਦੋਂ ਗੋਲੀਆਂ ਚੱਲ ਜਾਣ, ਕੋਈ ਪੰਥ ਨੂੰ ਖਤਰਾ ਨਹੀਂ। ਉਦੋਂ ਸਿਰਸੇ ਵਾਲੇ ਵਰਗੇ ਵੀ ਬੋਲਦੇ ਨਹੀਂ ਹੈਗੇ ਕਿ ਪੰਥ ਨੂੰ ਖਤਰਾ ਜਾਂ ਨਹੀਂ ਹੈਗਾ, ਪੰਥ ਸੇਵ ਹੈ। ਅੱਜ ਬੀਜੇਪੀ ਦੇ ਵਿੱਚ ਨਿਸ਼ਾਨਾ ਸਾਧਣਾ ਉਹੀ ਹੈ ਵੀ ਸਾਡਾ ਮੋਟਿਵ ਤਾਂ ਕੁਰਸੀ ਹੈ ਨਾ, ਅਸੀਂ ਆਪਣਾ ਮੋਟਿਵ ਸਿੱਧਾ ਕਰਨਾ। ਉਹ ਕਹਿੰਦੇ ਪੰਥ ਨੂੰ ਖਤਰਾ ਕਹਿ ਕੇ ਕਿਤੇ ਵੋਟ ਨਾ ਲੈ ਜਾਣ। ਸਿਰਸਾ ਕਹਿੰਦਾ ਮੈਂ ਇਹਨੂੰ ਕੰਡੈਮ ਕਰ ਦੇਣਾ, ਮੈਂ ਵੀ ਤਾਂ ਸਿੱਖ ਹੈ, ਮੈਂ ਵੀ ਉਹਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ। ਪੋਲਰਾਈਜੇਸ਼ਨ ਹੋਣੀ ਸੀ ਨਾ, ਬੀਜੇਪੀ ਹਿੰਦੂ ਵਰਗ ਦੀ ਨੁਮਾਇੰਦਗੀ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਨੁਮਾਇੰਦਗੀ ਕਰਦਾ। ਉਹ ਸਿੱਧਾ ਮੈਸੇਜ ਸਿੱਖਾਂ ਨੂੰ ਗਿਆ ਨਾ। ਦੂਜੇ ਪਾਸੇ ਉਹ ਬੀਜੇਪੀ ਨੂੰ ਨੁਕਸਾਨ ਵੀ ਨਹੀਂ ਚਾਹੁੰਦੇ ਇਸ ਵਰਗੀਕਰਨ ਦਾ। ਨਹੀਂ, ਨੁਕਸਾਨ ਜਾਂ ਫਾਇਦਾ ਪੋਲਿਟਿਕਸ ਦੇ ਵਿੱਚ ਕੋਈ ਕੁਛ ਨਹੀਂ ਹੁੰਦਾ, ਸਿਰਫ ਤੇ ਸਿਰਫ ਕੁਰਸੀ ਦਾ ਹੁੰਦਾ। ਬਾਕੀ ਤਾਂ ਸਾਰੇ ਚੱਟੇ ਵੱਟੇ ਇਕੱਠੇ ਹੀ ਹੁੰਦੇ ਨੇ। ਇਹਨਾਂ ਨੇ ਕਿਸੇ ਨੂੰ ਉਹ ਨੁਕਸਾਨ ਨਹੀਂ ਪਹੁੰਚਾਉਣਾ ਹੁੰਦਾ। ਹੁਣ ਜਿਵੇਂ ਮਜੀਠੀਆ ਸੀਗਾ, ਸਿੱਧੂ ਨੇ ਰੌਲਾ ਪਾਇਆ ਅੰਦਰ ਕਰ ਦਾਂਗੇ, ਸੁੱਖੀ ਰੰਧਾਵਾ ਕਹਿੰਦਾ ਅੰਦਰ ਕਰ ਦਾਂਗੇ। ਕੀ ਅੰਦਰ ਹੋ ਗਿਆ ਮਜੀਠੀਆ? ਅੰਦਰ ਦੇਤਾ ਮਜੀਠੀਆ। ਚੰਨੀ ਸਰਕਾਰ ਕੋਲ ਵਜਨ ਸੀਗਾ, ਲੋਕਾਂ ਦਾ ਦਬਾਅ ਸੀਗੇ ਵੀ ਲੋਕ ਕਿਤੇ ਪੁੱਛਣ ਨਾ ਲੱਗ ਜਾਣ ਚੋਣਾਂ ਦੇ ਵੇਲੇ ਵੀ ਤੂੰ ਕੀ ਕੀਤਾ, ਤੂੰ ਪਰਚਾ ਤਾਂ ਦਿੰਦਾ, ਫਲਾਣਾ ਕਰਦਾ, ਪੁਲਿਸ ਦਾ ਕੰਮ ਸੀ ਫੜਨਾ। ਇਹਨੇ ਆਪਣੇ ਕੋਲੋਂ ਲਾ ਦਿੱਤੀ। ਜਦ ਕਿ ਹਾਈ ਕੋਰਟ ਨੇ ਕਹਿਤਾ ਕਿ ਇਹ ਪੋਲੀਟੀਕਲ ਮੋਟਿਵ ਹੈ। ਤਾਂ ਉਹ ਨਿਆਂ ਕਰਨਾ ਕੋਰਟਾਂ ਦਾ ਕੰਮ ਹੈ, ਵੱਖਰੀ ਗੱਲ ਹੈ। ਪਰ ਪੋਲਿਟਿਕਸ ਤਾਂ ਖੇਡ ਗਈ। ਹੁਣ ਕਹਿੰਦੇ ਜੀ ਕੋਈ ਗੱਲ ਨਹੀਂ, ਜ਼ਮਾਨਤ ਹੋ ਗਈ, ਕੇਸ ਤਾਂ ਚੱਲ ਰਿਹਾ। ਕੇਸ ਤਾਂ ਪਹਿਲਾਂ ਵੀ ਸੀ ਵੀ, ਕੇਸਾਂ ਦਾ ਕੀ ਹੈ, ਕੇਸ ਤਾਂ ਹੋਰ 4-5 ਪਹਿਲਾਂ ਜਿਹੜੇ ਪੋਲੀਟੀਸ਼ੀਅਨਾਂ ਤੇ ਕੇਸ ਨੇ ਉਹਨਾਂ ਨੂੰ ਕਿਹੜੇ ਫਾਂਸੀਆਂ ਹੋਣੀਆਂ ਜੀ। ਹੁਣ ਤੱਕ ਕਿੰਨੇ ਪੋਲੀਟੀਸ਼ੀਅਨ ਦਾ ਕਿੱਡੇ ਘੋਪੜਿਆਂ ਦੇ ਕੇਸ ਬਣ ਗਏ, ਕਿਹੜੇ ਨੂੰ ਤੁਸੀਂ ਅੰਦਰ ਕਰਕੇ ਤੇ ਫਾਂਸੀ ਤੇ ਟੰਗਦਾ ਕੀ ਹੋਇਆ? ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ, ਏਜੰਡਾ ਪੰਜਾਬ ਦਿੱਤਾ ਉਹਨਾਂ ਨੇ। ਨਹੀਂ, ਉਹ ਮੈਂ ਉਸ ਗੱਲ ਤੇ ਆਨਾ। ਮੈਂ ਗੱਲ ਕਰ ਰਿਹਾ ਸੀ ਵੀ ਇੱਥੇ ਮਿਲੀ ਭੁਗਤ ਸਭ ਦੀ ਹੁੰਦੀ ਹੈ ਅੰਦਰੂਨੀ। ਇਹਨੇ ਆਪਣੇ ਗਲੋਂ ਲਾਤੀ, ਪੁਲਿਸ ਨੇ ਹੁਣ ਤੱਕ ਅਰੈਸਟ ਨਹੀਂ ਕਰਿਆ। ਪੁਲਿਸ ਉਹਨੂੰ ਲੱਭ ਨਹੀਂ ਸਕੀ ਕਿੱਥੇ ਹੈ। ਉਹ ਜ਼ਮਾਨਤ ਵੀ ਹੋ ਗਈ ਮਜੀਠੀਏ ਦੀ। ਗੱਲ ਅੰਦਰੂਨੀ ਬਚਾ ਕੇ ਕੌਣ ਕਿਸਨੇ ਕੀਤਾ ਬਚਾ? ਇੱਕ ਪੰਜਾਬ ਦੇ ਵਿੱਚ ਇੱਕ ਨਾਮਵਰ ਬੰਦਾ ਪੁਲਿਸ ਲਈ ਫੜਨਾ ਕਿੰਨਾ ਔਖਾ ਹੈ। ਠੀਕ ਹੈ, ਬਸ ਇੱਕ ਲੋਕਾਂ ਦੇ ਸਾਹਮਣੇ ਕਰਤਾ ਵੀ ਸਿੱਧੂ ਕਹਿ ਦੂਗਾ ਮੈਂ ਤਾਂ ਰੌਲਾ ਪਾਇਆ, ਮੇਰੇ ਰੌਲੇ ਪਾਏ ਨਾਲ ਆਹ ਹੋਇਆ। ਚੰਨੀ ਨੇ ਪਰਚਾ ਦਰਜ ਕਰਿਆ, ਚੰਨੀ ਕਹਿ ਦੂਗਾ ਮੈਂ ਤਾਂ ਪਰਚਾ ਦੇਤਾ ਸੀ, ਮੈਂ ਤਾਂ ਅੰਦਰ ਕਰਨ ਵਾਸਤੇ ਹੁਕਮ ਵੀ ਦਿੱਤੇ ਸੀ, ਲੱਭਿਆ ਨਹੀਂ, ਕੋਰਟ ਨੇ ਜ਼ਮਾਨਤ ਦੇਤੀ, ਬਰੀ ਹੋ ਗਏ ਸਾਰੇ। ਜਾਂ ਫਿਰ ਜਿਹੜੇ ਉਹ ਕਮਿਸ਼ਨ ਬਣਾਏ ਗਏ ਸੀ, ਜਿਹੜੀਆਂ ਸਿੱਟਾਂ ਬੈਠੀਆਂ ਸੀ, ਜਿਹਨੂੰ ਆਧਾਰ ਬਣਾ ਕੇ ਵਿਕਰਮ ਮਜੀਠੀਆ ਤੇ ਪਰਚਾ ਦਿੱਤਾ ਗਿਆ ਸੀ, ਫਿਰ ਉਹਨਾਂ 'ਚ ਤਾਂ ਹੁਣ ਜਾਣਦਾ ਨਾ ਭਈ 3-4 ਸਾਲ ਉਹਨਾਂ ਤੇ ਵੀ ਖਰਚਾ ਕੀਤਾ ਗਿਆ, ਨਜਾਇਜ਼ ਚਲੇ ਗਿਆ। ਤੇ ਜਿਹਨੂੰ ਆਧਾਰ ਬਣਾ ਕੇ ਗੱਲਾਂ ਕਰ ਰਹੀ ਸੀ ਸਿੱਟਾਂ ਨੂੰ, ਕਮਿਸ਼ਨਾਂ ਨੂੰ। ਦੇਖੋ, ਜਦ ਸੱਚੀ ਮੁੱਚੀ ਸਿੱਟ ਬਣਦੀ ਹੈ ਤਾਂ ਪਹਿਲੀ ਤਾਂ ਗੱਲ 2017 ਦੇ ਵਿੱਚ ਸਰਕਾਰ ਹੀ ਨਹੀਂ ਸੀ ਡਿੱਗਦੀ ਜੀ। ਜੇ ਸਿੱਟ ਤੋਂ ਸਹੀ ਕੰਮ ਲਿਆ ਜਾਂਦਾ ਜਾਂ ਪੁਲਿਸ ਤੋਂ ਸਹੀ ਕੰਮ ਕਰ ਲਿਆ ਜਾਂਦਾ ਉਸ ਵਕਤ ਸਰਕਾਰ ਵੱਲੋਂ ਜੀ, ਜਾਂ ਪੁਲਿਸ ਨੂੰ ਕਹਿ ਲਓ ਕਿ ਜ਼ਿੰਮੇਵਾਰੀ ਨਿਭਾਉਣ ਲਈ ਦਬਾਅ ਪਾਇਆ ਜਾਂਦਾ ਪੁਲਿਸ ਅਧਿਕਾਰੀਆਂ ਦੇ ਉੱਤੇ, ਉਹਨਾਂ ਦੇ ਸਿਰ ਤੇ ਡੰਡਾ ਰੱਖਿਆ ਜਾਂਦਾ, ਤਾਂ ਸਰਕਾਰ ਨਹੀਂ ਸੀ ਡਿੱਗਦੀ। ਇਹ ਸਿੱਟਾਂ, ਇਹ ਜਾਂਚਾਂ, ਇਹ ਸਾਰਾ ਕੁਛ ਤਾਂ ਲੋਕਾਂ ਨੂੰ ਭਰਮਾਉਣ ਵਾਸਤੇ ਹੁੰਦਾ ਕਿ ਆਹ ਕੁਛ ਹੋ ਗਿਆ। ਕਿਤੇ ਸਹੀ ਅਧਿਕਾਰੀ ਜਿਹੜੇ ਹੁੰਦੇ ਨੇ ਸਹੀ ਜਾਣਕਾਰੀ ਇਕੱਠਾ ਕਰਕੇ ਸਹੀ ਸੱਚ ਸਾਹਮਣੇ ਲਿਆ ਕੇ ਰੱਖ ਦਿੰਦੇ ਨੇ, ਉਹ ਐਜ਼ ਇਟ ਇਜ਼ ਫਾਈਲਾਂ ਦੱਬ ਲਈਆਂ ਜਾਂਦੀਆਂ ਨੇ, ਦੂਜੀ ਸਿੱਟ ਕਾਇਮ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਦੂਜੀ ਸਿੱਟ ਨਾਲੋਂ ਉਹ ਕਹਿੰਦਾ ਜੀ ਇਹਨੇ ਠੀਕ ਠਾਕ ਜੀ ਕਰਿਆ ਕੰਮ, ਥੋੜ੍ਹਾ ਜਿਹਾ ਇਹਦੇ ਵਿੱਚ 1-2 ਕਲੂ ਹੈਗੇ ਨੇ ਜਿੱਥੇ ਫਸਦੇ ਨੇ, ਤੀਜੀ ਸਿੱਟ ਕਾਇਮ ਕਰਦੀ ਹੈ। ਉਹ ਸਾਫ਼ ਬਰੀ ਕਰਕੇ ਕਹਿੰਦੇ ਲਾ ਜੀ ਆਹ ਚੀਜ਼ ਠੀਕ ਹੈ, ਇਹ ਕਰ ਦਿਓ ਜੀ। ਮਤਲਬ
ਸਿਰਫ ਤੇ ਸਿਰਫ ਇਹ ਹੈ ਕਿ ਆਪਣੇ ਚਹੇਤੇ ਬੰਦਿਆਂ ਨੂੰ ਲਿਆ ਕੇ ਬਚਾਅ ਕਰਨਾ ਹੁੰਦਾ ਹੈ, ਸਮਾਂ ਪਾ ਕੇ ਸਭ ਕੁਝ ਨਿਕਲ ਜਾਂਦਾ ਹੈ। ਤੁਸੀਂ ਇੱਕ ਗੱਲ ਦੇਖੋ, ਇੱਕ ਤਾਂ ਉਹ ਸੀ ਕੁੰਵਰ ਵਿਜੇ ਪ੍ਰਤਾਪ ਦੀ, ਉਹ ਵੀ ਹਾਈ ਕੋਰਟ ਨੇ ਖਾਰਜ ਕਰਤੀ ਸਿੱਟ। 2 ਜਾਂਚਾਂ ਸੀ ਮੇਨ ਇਹਨਾਂ ਦੀਆਂ, ਇੱਕ ਤਾਂ ਡਰੱਗ ਮਾਮਲੇ ਦੇ ਵਿੱਚ, ਇੱਕ ਬੇਅਦਬੀ ਦਾ ਸੀ ਇਨਸਾਫ ਦੇਵਾਂਗੇ। ਉਹ ਜਿਹੜੀ ਪਹਿਲੀ ਸਿੱਟ ਸੀ ਉਹਦੀ ਜਾਂਚ ਸੀ, ਉਹ ਹਾਈ ਕੋਰਟ ਨੇ ਉਹ ਵੀ ਖਾਰਜ ਕਰਤੀ। ਤੇ ਉਸ ਤੋਂ ਬਾਅਦ ਦੂਜੀ ਜੋ ਬਿਕਰਮ ਮਜੀਠੀਆ ਵਾਲਾ ਡਰੱਗ ਕੇਸ ਸੀ, ਲੰਮੇ ਸਮੇਂ ਤੋਂ ਇਹ ਚੱਲਦਾ ਸੀ, ਹਾਲਾਂਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਕੰਡੈਮ ਕਰ ਰਹੇ ਸੀ ਇਸ ਚੀਜ਼ ਨੂੰ, ਤੇ ਉਹ ਵੀ ਖਾਰਜ ਕਰਤੀ। ਫਿਰ ਜੋ 4 ਸਾਲ ਦੀ ਜਾਂ 5 ਸਾਲ ਦੀ ਕਮਾਈ ਸੀ ਸਿੱਟਾਂ ਦੀ ਕਾਂਗਰਸ ਸਰਕਾਰ ਦੀ, ਉਹ ਤਾਂ ਖੂਹ ਖਾਤੇ ਗਈ ਨਾ, ਕਿਸੇ ਕੰਮ ਨਹੀਂ ਆਈ। ਤੁਸੀਂ ਲੋਕਾਂ ਨੂੰ ਮੂਰਖੇ ਬਣਾਉਂਦੇ ਰਹੇ ਹੁਣ ਤੱਕ। ਇਹ ਤਾਂ ਆਪਣੇ ਆਪ ਨੂੰ ਆਪ ਵੀ ਅਸੀਂ ਕਾਰਵਾਈ ਕਰ ਰਹੇ ਹਾਂ, ਸਾਡਾ ਕਸੂਰ ਕੀ ਹੈ, ਬਸ ਇਹ ਦੱਸਣਾ ਵਾਸਤੇ ਲੋਕਾਂ ਨੂੰ ਹੁੰਦਾ ਹੈ ਜੀ। ਇਹ ਇਦਾਂ ਜੇ ਸੱਚੀ ਮੁੱਚੀ ਸਜ਼ਾ ਦੇਣ ਦੇ ਹੱਕ 'ਚ ਹੋਣ ਇਹ ਪੋਲੀਟੀਸ਼ੀਅਨ, ਇਸ ਪੁਲਿਸ ਤੇ ਕੰਟਰੋਲ ਕਿਉਂ ਕਰਨ? ਇਹ ਉਹਨੂੰ ਕਹਿਣ ਵੀ ਸਿੱਧਾ ਲਿਆ ਬੰਦਾ, ਉਹਦੇ ਪ੍ਰੂਫ ਲਿਆ, ਜਾਂ ਇਕੱਠੇ ਕਰਕੇ ਅੰਦਰ ਦੋ ਜੀ। ਜਿਹਦੇ ਖਿਲਾਫ ਸਬੂਤ ਹੈਗੇ ਨੇ, ਉਹਨੇ ਕੀਤਾ ਕੰਮ ਇਹ, ਅੰਦਰ ਦੋ। ਪੁਲਿਸ ਕਿਹਨਾਂ ਵਾਸਤੇ ਹੋ ਗਈ ਹੁਣ? ਕਿਸੇ ਨੇ ਚੱਪਲ ਚੋਰੀ ਕਰ ਲਈ, ਕਿਸੇ ਨੇ ਮੋਟਰਸਾਈਕਲ, ਕਿਸੇ ਤੋਂ 2 ਗ੍ਰਾਮ ਫੜ ਲਿਆ, ਕਿਸੇ ਤੋਂ 100 ਗ੍ਰਾਮ ਫੀਮ ਫੜ ਲਈ, ਕਿਸੇ ਤੋਂ 10 ਬੋਤਲਾਂ ਸ਼ਰਾਬ ਫੜ ਲਈ, ਚੱਕ ਕੇ ਅੰਦਰ ਦੋ, ਪੈਸੇ ਦੋ, ਛੱਡ ਦੋ, ਬਸ ਆਹੀ ਰਹਿ ਗਿਆ। ਬਾਕੀ ਤਾਂ ਸਾਰੇ ਉਵੇਂ ਹੀ ਫਿਰ ਰਹੇ ਨੇ, ਲਾ ਤਾਂ ਸਾਰੇ ਵੱਡੇ ਤੋੜ ਰਹੇ ਨੇ ਬੰਦੇ। ਤੂੰ ਛੋਟੀ ਜੀ ਗੱਲ ਲੈ ਲਓ, ਸੜਕ ਤੇ ਗੱਡੀ ਤੁਰੀ ਜਾਂਦੀ, ਮੋਟਰਸਾਈਕਲ ਦੀ ਚਾਬੀ ਕੱਢ ਲੈਂਦੇ ਨੇ, ਭੱਜ ਕੇ ਥੱਪੜ ਵੀ ਮਾਰ ਦਿੰਦੇ ਨੇ, ਮੂਹਰੇ ਖੜ ਕੇ ਐ ਕਰਕੇ ਰੋਕ ਲੈਂਦੇ ਨੇ ਮੋਟਰਸਾਈਕਲ, ਉਹਦੀ ਚਾਬੀ ਵੀ ਕੱਢ ਦਿੰਦੇ ਨੇ। ਆਡੀ ਵਾਲਾ ਸ਼ਰੇਆਮ ਓਵਰ ਸਪੀਡ ਬੱਤੀਆਂ ਤੋੜਦਾ ਜਾ ਰਿਹਾ ਹੁੰਦਾ, ਬੈਲਟ ਵੀ ਨਹੀਂ ਲਾਈ ਹੁੰਦੀ, ਉੱਚੀ ਆਵਾਜ਼ 'ਚ ਗਾਣੇ ਲੱਗੇ ਹੁੰਦੇ ਨੇ, ਉਹਨੂੰ ਛੇੜਦੇ ਵੀ ਨਹੀਂ ਜੀ, ਹੱਥ ਵੀ ਨਹੀਂ ਦਿੰਦਾ ਕਿਸੇ ਕੋਲ। ਐਡੀ ਮਤਲਬ ਐਡਾ ਦਾਬਾ ਅੰਦਰ ਭਰਿਆ ਹੋਇਆ ਇਹਨਾਂ ਦੇ, ਆਹ ਵੀ ਕਾਹਨੂੰ ਛੇੜਨਾ, ਉੱਪਰੋਂ ਪਤਾ ਹੈ ਵੀ ਉੱਪਰੋਂ ਫੋਨ ਆ ਜੂ, ਬਦਲੀ ਹੋ ਜੂ, ਮੈਂ ਕੀ ਲੈਣਾ ਜਾਣ ਦੂੰ ਜੀ। ਇੰਨਾ ਕੁ ਭਰਿਆ ਹੋਇਆ ਡਰ ਇਹਨਾਂ ਦਾ ਕਿ ਬਦਲੀਆਂ ਹੋ ਜਾਣਗੀਆਂ, ਸਾਨੂੰ ਕੀ ਪਤਾ ਪ੍ਰਮੋਸ਼ਨਾਂ ਰੁਕ ਜਾਣੀਆਂ ਨੇ, ਉਹੀ ਕਿਸੇ ਕੇਸ 'ਚ ਫਸਾ ਦੇਣਾ, ਬੈਠੇ ਰਹਾਂਗੇ ਦੇਖੀ ਜਾਵਾਂਗੇ, ਅਦਾਲਤਾਂ 'ਚ ਚੱਕਰ ਕੱਢੀਆਂ, ਸਾਨੂੰ ਕਿਹੜਾ ਨਾ ਤੋੜਦਾ ਤੋੜੀ ਜਾਵੇ, ਲੰਘ ਜਾਣ ਜੀ। ਤੇ ਉਹ ਮਤਲਬ ਕਹਿਣ ਦਾ ਭਾਵ ਹੈ ਕਿ ਇੰਨਾ ਕੰਟਰੋਲ ਹੈ, ਜੇ ਇਹਨਾਂ ਨੂੰ ਸਹੀ ਕੰਮ ਕਰਨ ਦਿਆ ਜਾਵੇ ਇਹ ਸਾਰਾ ਕੁਝ ਸਾਹਮਣੇ ਲਿਆ ਸਕਦੇ ਨੇ। ਸਿੱਟਾਂ ਬਣਾਉਣ ਦੀ ਲੋੜ ਕੀ ਹੈ? ਬਾਕੀ ਕੇਸਾਂ ਸਿੱਟਾਂ ਬਣਦੀਆਂ ਨੇ, ਹੋਰਾਂ ਨੂੰ ਕਿਹੜਾ ਸਜ਼ਾ ਨਹੀਂ ਹੁੰਦੀ ਜੀ। ਆਮ ਲੋਕਾਂ ਦੇ ਮੁਕਾਬਲੇ ਜੇ ਤੁਸੀਂ ਕੋਈ ਕਤਲ ਹੋ ਜਾ, ਵੱਡਾ ਕੋਈ ਕੰਮ ਹੋ ਜੇ, ਅਪਰਾਧ ਕਰ ਦੇਵੇ ਕੋਈ ਬੰਦਾ, ਕੀ ਸਿੱਟ ਬਣਾ ਕੇ ਜਾਂਚ ਹੁੰਦੀ ਹੈ? ਉਹ ਵੀ ਤਾਂ ਸਹੀ ਤਰੀਕੇ ਨਾਲ ਉੱਪਰ ਪਹੁੰਚਦੇ ਹੀ ਨੇ ਕੇਸ। ਜੀ ਦੇਖੋ ਗਲਤੀਆਂ ਜਾਂ ਪ੍ਰੂਫ ਘੱਟ ਵੱਧ ਹੋਦਾ, ਉਹ ਤਾਂ ਬਹੁਤ ਸਾਰੇ ਕੇਸਾਂ 'ਚ ਹੁੰਦਾ ਹੀ ਆ, ਪਰ ਬਹੁਤੇ ਕੇਸ ਤਾਂ ਸਹੀ ਸਾਬਤ ਹੋ ਕੇ ਸਹੀ ਪਹੁੰਚ ਜਾਂਦੇ ਨੇ, ਸਜ਼ਾਵਾਂ ਹੁੰਦੀਆਂ ਨੇ। ਜੇਲ੍ਹ ਕੱਟ ਰਹੇ ਨੇ ਜਿਹੜੇ ਲੋਕ, ਸਾਰੇ ਬੇਦੋਸ਼ੇ ਤਾਂ ਨਹੀਂ ਹੈਗੇ ਜੀ, ਸਾਰੇ ਨਾਜਾਇਜ਼ ਤਾਂ ਨਹੀਂ ਹੈਗੇ। ਜੇ ਜਾਇਜ਼ ਵੀ ਹੈਗੇ ਨੇ ਤੇ ਨਜਾਇਜ਼ ਵੀ ਫਸਾ ਸਕਦੇ ਨੇ, ਇਹ ਤਾਂ ਗੱਲ ਹੈਗੀ ਆ। ਪਰ ਕੱਲੀ ਸਿੱਟ ਜਾਂ ਜਾਂਚ ਕਮਿਸ਼ਨ ਬਿਠਾ ਦੇਣੇ ਏਡੇ ਏਡੇ, 1 ਨਹੀਂ 2 ਨਹੀਂ 3 ਨਹੀਂ 4 4 5 5 ਸਿੱਟਸ ਜਾਂ ਕਮਿਸ਼ਨ ਬਿਠਾਣੇ, ਜਾਂਚ ਏਜੰਸੀਆਂ ਤੋਂ ਕਰਵਾ ਲੈਣੀ ਆ, ਤੇ ਇਹ ਫੇਰ ਵੀ ਰਿਜ਼ਲਟ ਨਹੀਂ ਨਿਕਲਦਾ। ਤੇ ਇਹਦਾ ਮਤਲਬ ਕੀ ਹੁੰਦਾ? ਸਾਫ਼ ਹੀ ਹੁੰਦਾ ਕਿਤੇ ਨਾ ਕਿਤੇ ਹੱਥ ਮਿਲੇ ਹੋਏ ਨੇ। ਜੀ। ਤੇ ਪਰਮਿੰਦਰ ਜੀ, ਅਗਲੀ ਖਬਰਾਂ 2 ਖਬਰਾਂ, ਇੱਕ ਤਾਂ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਐਨ ਸਮੇਂ ਤੇ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਪਲਾਨ ਦਿੱਤੇ, ਕਈ ਤਾਂ ਗੱਲਾਂ ਇਹੋ ਜਿਹੀਆਂ ਵੀ ਸੀ ਜੋ ਮੌਜੂਦਾ ਸਰਕਾਰ ਸੀ, ਚੰਨੀ ਸਰਕਾਰ ਸੀ, ਉਹਨੇ ਜੋ ਗੱਲਾਂ ਕੀਤੀਆਂ ਉਹਨਾਂ ਤੇ ਵੀ ਸਵਾਲ ਇਸ਼ਾਰਿਆਂ 'ਚ ਖੜੇ ਕੀਤੇ ਨਵਜੋਤ ਸਿੰਘ ਸਿੱਧੂ ਨੇ। ਦੂਜਾ, ਬੰਦੀ ਸਿੰਘਾਂ ਦੇ ਰਿਹਾਈ ਲਈ ਫਤਿਹਗੜ੍ਹ ਸਾਹਿਬ ਤੋਂ ਪੰਥਕ ਧਿਰਾਂ ਵੱਲੋਂ ਇੱਕ ਅੱਜ ਰੋਸ ਮਾਰਚ ਜਾਂ ਕਾਫਲਾ ਤੋਰਿਆ ਗਿਆ। ਦੇਖੋ ਸਾਫ਼ ਗੱਲ ਤਾਂ ਇਹ ਹੈ, ਪਹਿਲੀ ਗੱਲ ਕਿ ਨਵਜੋਤ ਸਿੰਘ ਸਿੱਧੂ CM ਬਣਨਾ ਚਾਹੁੰਦੇ ਨੇ, ਠੀਕ ਹੈ, ਪਰ ਇੰਨਾ ਕੁ ਹੈਗਾ ਕਿ ਫਿਲਹਾਲ ਦੀ ਘੜੀ ਜਦੋਂ ਤੱਕ ਅਨਾਉਂਸਮੈਂਟ ਨਹੀਂ ਕਰਦੀ ਕਾਂਗਰਸ, ਉਦੋਂ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਹਾਈ ਕਮਾਂਡ। ਤੇ ਦੂਜੀ ਗੱਲ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਰਾਹੁਲ ਗਾਂਧੀ, ਸੋਨੀਆ ਤੇ ਪ੍ਰਿੰਕਾ ਗਾਂਧੀ ਦੀ ਤਾਂ ਫੋਟੋ ਹੈਗੀ ਸੀ ਵੱਡੇ ਬੈਨਰ ਦੇ ਨਾਲ, ਸਿੱਧੂ ਹੇਠ ਵੱਡੀ ਫੋਟੋ ਉਹਦੀ ਸੀ। ਪੰਜਾਬ ਦਾ ਕੋਈ ਲੀਡਰ ਨਹੀਂ ਸੀਗਾ। ਫਿਰ ਜੇ ਕਾਂਗਰਸ ਸਾਰੀ ਚੰਗੀ ਹੈ ਨਹੀਂ ਤਾਂ ਸਿੱਧੂ ਕਾਂਗਰਸ 'ਚ ਕਰੂਗਾ ਕੀ ਜੀ? ਤੇ ਜੇ CM ਬਣਾ ਵੀ ਦਿੱਤਾ ਕੱਲ ਨੂੰ, ਫਿਰ ਪਾਰਟੀ ਤਾਂ ਫਿਰ ਜਿਹੜੇ ਇਹਦੀ ਟੀਮ ਹੋਊਗੀ ਉਹ ਤਾਂ ਸਾਰੇ ਇਹੀ ਹੋਣਗੇ। ਵੀ ਇਕੱਲਾ ਜਿਹੜਾ ਲੀਡ ਕਿਵੇਂ ਕਰ ਲੂਗਾ? ਜੇ ਅੱਜ ਨਵਜੋਤ ਸਿੰਘ ਸਿੱਧੂ 4 5 7 10 ਬੰਦਿਆਂ ਨੂੰ ਇਕੱਠੇ ਕਰਕੇ ਕੈਪਟਨ ਨੂੰ ਹਟਾ ਸਕਦਾ ਤਾਂ ਕੱਲ ਨੂੰ ਉਹ ਇਕੱਠੇ ਹੋ ਕੇ ਸਿੱਧੂ ਨੂੰ ਨਹੀਂ ਹਟਵਾ ਸਕਦੇ। ਜੇ ਸਾਰੇ ਇਦਾਂ ਦੇ ਨੇ, ਜਾਂ ਤਾਂ ਕਹੇ ਮੇਰੀ ਟੀਮ 'ਚ ਆਹ ਬੰਦੇ ਮੈਂਬਰ ਨੇ, ਇਮਾਨਦਾਰ ਨੇ, ਇਹ 25 30 50 ਬੰਦੇ ਜਿੰਨੇ ਵੀ ਹੈਗੇ ਨੇ, ਆਹ ਫੋਟੋਆਂ ਲੱਗੀਆਂ ਹੋਈਆਂ ਨੇ, ਮੇਰੇ ਨਾਲ ਖੜੇ ਨੇ, ਇੱਕ ਵੀ ਬੰਦਾ ਪੰਜਾਬ ਕਾਂਗਰਸ ਦਾ ਅੱਜ ਨਾਲ ਨਹੀਂ ਤੁਰ ਰਿਹਾ ਜੀ, ਜਾਂ ਕਿਸੇ ਨੂੰ ਨਾਲ ਲੈ ਕੇ ਨਹੀਂ ਜਾ ਰਿਹਾ, ਫਿਰ ਕਾਂਗਰਸ 'ਚ ਕੰਮ ਕੀ ਹੈ? ਦੂਜੀ ਗੱਲ, ਸਿੱਧੀ ਗੱਲ ਕਰੀ ਜਾਣਾ ਕਿ
ਮੇਰਾ ਪੰਜਾਬ ਮਾਡਲ ਇਹ ਹੈ, ਮੇਰਾ ਪੰਜਾਬ ਮਾਡਲ ਇਹ ਹੈ। ਉਹਦੇ ਵਿੱਚ ਇਹੀ ਹੈ ਕਿ ਉਹ ਚਾਹੁੰਦੇ ਆ ਕਿ CM ਦਾ ਚਿਹਰਾ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਐਲਾਨ ਕੀਤਾ ਜਾਵੇ। ਹੋਰ ਉਹ ਦੂਜਾ ਮਕਸਦ ਕੋਈ ਨਹੀਂ ਹੈਗਾ। ਸਰਕਾਰ ਹਲੇ ਆਈ ਨਹੀਂ, ਸਰਕਾਰ ਨੇ ਹਲੇ ਆਉਣਾ ਹੈ, ਤੇ ਇਹ ਵੀ ਨਹੀਂ ਪਤਾ ਕਿਹਦੀ ਆਵੇ, ਲੋਕ ਕਿਹਨੂੰ ਫਤਵਾ ਦੇਣ, ਹਨਾ। ਤੇ ਪਹਿਲਾਂ ਹੀ ਇਦਾਂ ਦੇ ਐਲਾਨ ਕਰੀ ਜਾਣੇ। ਲੋਕਾਂ ਦੀ ਭਲਾਈ ਲਈ ਤਾਂ ਕੰਮ ਸਰਕਾਰ 'ਚ ਰਹਿ ਕੇ ਹੋ ਸਕਦੇ ਆ, ਠੀਕ ਹੈ। ਹੁਣ ਤਾਂ ਕੈਪਟਨ ਨਹੀਂ ਹੈਗਾ ਸੀ, ਆਪਣੇ ਮਹਿਕਮੇ ਦੇ ਵਿੱਚ ਹੀ ਵਧੀਆ ਕੰਮ ਕਰ ਲੈਂਦੇ, ਕੋਈ ਮਹਿਕਮਾ ਲੈ ਕੇ ਜੀ, ਉੱਥੇ ਲੋਕਾਂ ਦਾ ਕੁਝ ਸਵਾਰ ਲੈਂਦੇ ਕਿ ਸਰ 101 ਦਿਨ ਮਿਲਿਆ ਜਾਂ 100 ਦਿਨ ਮਿਲਿਆ, ਆਹ ਕੰਮ ਕਰਕੇ ਰੱਖਤੇ, ਠੀਕ ਹੈ। ਇਹੋ ਜਿਹਾ ਕੁਛ ਨਹੀਂ ਹੋਇਆ। ਬਿਸਤਰਾ ਉੱਥੇ ਲਾ ਦਾਂਗੇ ਜੀ, ਬਿਸਤਰਾ ਉੱਥੇ ਲਾ ਲਾਂਗੇ ਜੀ, ਉੱਥੇ ਮੀਟਿੰਗਾਂ ਹੋਣਗੀਆਂ, ਕੈਬਨਿਟ ਬੈਠਿਆ ਕਰੂ, ਐ ਹੋ ਜੂ ਜੀ, ਉਹ ਹੋ ਜੂ ਜੀ। ਉਹ ਜਾ ਕੇ ਤਾਂ ਉਹਨਾਂ ਲੋਕਾਂ ਨੂੰ ਮਿਲ ਰਹੇ ਜਿਨ੍ਹਾਂ ਦੇ ਉੱਤੇ ਘਪਲੇ ਚੱਲਦੇ ਨੇ, ਟਿਕਟਾਂ ਦਾ ਉਹਨਾਂ ਨੂੰ ਦਵਾਉਣ ਨੂੰ ਫਿਰਦੇ ਨੇ, ਠੀਕ ਹੈ। ਤੂੰ ਕਹਿਣ ਦਾ ਭਾਵ ਇਹ ਆ ਕਿ ਬਹੁਤਾ ਕੋਈ ਆਸ ਰੱਖਣ ਵਾਲੀ ਫਿਲਹਾਲ ਗੱਲ ਦਿਸਦੀ ਨਹੀਂ ਹੈਗੀ ਜੀ। ਜਾਂ ਤਾਂ ਕੋਈ ਵੱਖਰਾ ਸਿਸਟਮ, ਵੱਖਰੀ ਆਪ ਕੋਈ ਟੀਮ ਲੈ ਕੇ ਤੁਰਦੇ, ਫਿਰ ਤਾਂ ਮੰਨ ਸਕਦੇ ਆ ਕਿ ਹਾਂ ਖੁਦ ਮੁਖਤਿਆਰੀ ਆਊਗੀ। ਜਿਤਾਉਣਾ ਚਾਹੀਦਾ, ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਜੀ। ਹਾਈ ਕਮਾਂਡ ਦੇ ਅੰਡਰ ਰਹਿ ਕੇ ਐਸਾ ਕੁਝ ਨਹੀਂ ਹੋਊਗਾ, ਇਹ ਗੱਲ ਸਾਫ਼ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਮਾਰਚ ਕੱਢਿਆ ਜਾ ਰਿਹਾ, ਚੋਣਾਂ ਨੇੜੇ ਆ ਗਈਆਂ ਨੇ, ਜਥੇਬੰਦੀਆਂ ਬਹੁਤ ਨੇ। ਮੈਂ ਤਾਂ ਇਹ ਗੱਲ ਮੰਨਦਾ ਕਿ ਹੁਣ ਜਥੇਬੰਦੀਆਂ ਜਿਹੜੀਆਂ ਸਿੱਖ ਕੌਮ ਨਾਲ ਸੰਬੰਧਿਤ ਜਥੇਬੰਦੀਆਂ ਨੇ, ਉਹਨਾਂ ਦੇ ਕੋਲ ਕੰਮ ਹੀ ਦੋ ਰਹਿ ਗਏ, ਜਾਂ ਤਾਂ ਬਿਆਨ ਦੇਣੇ, ਧਰਨੇ ਲਾਉਣੇ, ਤੇ ਜਾਂ ਮਾਰਚ ਕੱਢ ਲੈਣੇ ਜੀ। ਕਾਰਗੁਜ਼ਾਰੀ ਤਾਂ ਨਿੱਲ ਹੈ। ਜਿੱਥੇ ਪੈਰਵੀ ਕਰਨੀ ਚਾਹੀਦੀ ਹੈ ਕੇਸਾਂ ਦੀ, ਜਿੱਥੇ ਸਰਕਾਰਾਂ ਦੇ ਉੱਤੇ ਦਬਾਅ ਬਣਾਉਣੇ ਚਾਹੀਦੇ ਨੇ, ਠੀਕ ਹੈ, ਉੱਥੇ ਤਾਂ ਇਕੱਠ ਹੀ ਨਹੀਂ ਹੁੰਦੇ। ਇਹ ਤਾਂ ਸਿਰਫ ਚੋਣਾਂ ਦੇ ਨੇੜੇ ਆ ਕੇ ਹੁਣ ਤੁਸੀਂ ਦੇਖੋਗੇ ਬਰਗਾੜੀ ਦਾ ਮਾਮਲਾ, ਗੁਰੂ ਸਾਹਿਬ ਦੀ ਬੇਅਦਬੀ, ਬਾਈਬਲ ਕਲਾਂ, ਗੋਲੀ ਕਾਂਡ, ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਪੰਜਾਬ, ਇਹ ਉਹ ਸਭ ਮਸਲੇ ਉੱਠਦੇ ਨੇ। 84 ਦੀ ਬੋਲਬਾਣੀ ਸਾਰੀ ਆਊਗੀ ਜੀ। ਆਹ 2 ਮਹੀਨੇ ਨਿਕਲਣ ਤੋਂ, ਮਾਰਚ 10 ਤੋਂ ਬਾਅਦ ਕੋਈ ਜਥੇਬੰਦੀ ਨਹੀਂ ਚਮਕੂਗੀ, ਕੋਈ ਕਿਸੇ ਤਰ੍ਹਾਂ ਦਾ ਕੋਈ ਮਤਲਬ ਮੈਂ ਸਿਰਫ ਇਹ ਕਹਿ ਸਕਦਾ ਕਿ ਇਹਨਾਂ ਨੇ ਵੀ ਪਾਰਟੀਆਂ ਤੋਂ ਫੰਡ ਲੈਣੇ ਹੁੰਦੇ ਹੋਣਗੇ, ਕੋਈ ਫਾਇਦਾ ਲੈਣਾ ਹੁੰਦਾ ਹੋਊਗਾ, ਜਿਹਦੇ ਕਰਕੇ ਆਹ ਮਾਰਚ ਵਗੈਰਾ 2-4 ਦਿਨ ਦਾ ਖੇਡ ਕਰਕੇ ਇਹ ਘਰਾਂ ਨੂੰ ਜਾ ਕੇ ਬਹਿ ਜਾਂਦੇ ਨੇ। ਔਰ ਐਸੀ ਕੋਈ ਗੱਲ ਦਿਸਦੀ ਨਹੀਂ ਹੈਗੀ। ਕਰਨਾ ਤਾਂ ਚਾਹੀਦਾ ਕਿ ਅਦਾਲਤਾਂ ਦੇ ਜਾ ਕੇ ਬੂਹੇ ਖੜਕਾਉਣ, ਸੁਪਰੀਮ ਕੋਰਟ ਤੱਕ ਜਾਣ, ਕਾਰਨ ਪੁੱਛੇ ਜਾਣ, ਨੋਟਿਸ ਕੱਢੇ ਜਾਣ। ਬਥੇਰੇ ਕਮਿਸ਼ਨ ਨੇ, ਬਥੇਰੇ ਹਿਊਮਨ ਰਾਈਟਸ ਨੇ, ਵੱਡੇ ਲੈਵਲ ਤੇ ਨੇ, ਉਹਨਾਂ ਤੋਂ ਨੋਟਿਸ ਕਢਾਏ ਜਾਣ ਵੀ ਇਹਨਾਂ ਦੇ ਜਿਹੜੇ ਬੈਠੇ ਨੇ ਇਹਨਾਂ ਨੂੰ ਕਾਰਨ ਦੱਸਿਓ ਵੀ ਇਹਨਾਂ ਨੂੰ ਕਿਉਂ ਅੰਦਰ ਰੱਖਿਆ ਹੈ, ਕਿਹੜਾ ਖਤਰਾ ਇਹਨਾਂ ਤੋਂ। ਉਮਰਾਂ ਬਿਹਾ ਚੁੱਕੇ ਆ, ਤੁਰਿਆ ਜਾਂਦਾ ਨਹੀਂ ਹੈਗਾ ਉਹਨਾਂ ਤੋਂ। ਕੀ ਕਰ ਲੈਣਗੇ? ਜਾਂ ਜਿਹੜੇ ਛੱਡੇ ਨੇ ਉਹਨਾਂ ਨੇ ਕੀ ਕਰਤਾ ਜੀ, ਦੱਸਣ ਵੀ ਅਸੀਂ ਟਰਾਇਲ ਬੇਸ ਤੇ ਫਲਾਣੇ ਬੰਦਿਆਂ ਨੂੰ ਰਿਹਾ ਕਰਕੇ ਦੇਖਿਆ ਸੀ, ਆਹ ਦੇਖੋ ਜੀ ਫਿਰ ਖਤਰਾ ਬਣ ਗਏ ਇਹ ਸਮਾਜ ਲਈ ਜਾਂ ਹੋਰਾਂ ਲਈ ਜੀ। ਤੇ ਉਹਨਾਂ ਦੀ ਉਦਾਹਰਨਾਂ ਦੱਸਣ, ਉਹਨਾਂ ਦੇ ਕਾਰੇ ਦੱਸਣ, ਉਹਨਾਂ ਦੇ ਜਾਂ ਉਹਨਾਂ ਦੀ ਕਾਰਗੁਜ਼ਾਰੀ ਦੱਸਣ, ਜਿਹੜੇ ਘਟਨਾਕ੍ਰਮ ਵਾਪਰੇ ਉਹਨਾਂ ਦੀ ਡੇਟ ਵਾਈਜ਼ ਦੱਸਣ ਵੀ ਇਸ ਤਰ੍ਹਾਂ ਕਰਕੇ ਇਹਦੀ ਸ਼ਮੂਲੀਅਤ ਫੇਰ ਪਾਏਗੀ, ਫਿਰ ਦੁਬਾਰਾ ਅਰੈਸਟ ਕਰਿਆ ਗਿਆ, ਫਿਰ ਅੰਦਰ ਦੇ ਤਾਂ ਨਹੀਂ ਇਹਨਾਂ ਨੂੰ ਛੱਡ ਰਹੇ। ਐਸੀ ਕੋਈ ਗੱਲ ਨਹੀਂ, ਬਾਤ ਨਹੀਂ। ਅੰਦਰ ਜਿਸ ਬੰਦੇ ਦਾ ਹੁਣ ਸਰੀਰ ਹੀ ਨਹੀਂ ਸਮਰੱਥ ਹੈਗਾ, ਸਰੀਰ ਹੀ ਨਹੀਂ ਸਾਥ ਦੇ ਰਿਹਾ, ਆਪਣੇ ਜ਼ਿੰਦਗੀ ਦੇ ਲਾਸਟ ਜਾਂ ਅਖੀਰਲੇ ਪੜਾਅ ਵਿੱਚੋਂ ਲੰਘ ਰਿਹਾ, ਮਾਨਸਿਕ ਤੁਸੀਂ ਟੌਰਚਰ ਕਰਿਆ ਹੈ, ਸਰੀਰਕ ਤੌਰ ਤੇ ਤੁਸੀਂ ਟੌਰਚਰ ਕਰਕੇ ਉਹਨੂੰ ਕੰਡਮ ਕੀਤਾ ਹੋਇਆ, ਤੇ ਉਹ ਬੰਦਾ ਆ ਕੇ ਕਰੂਗਾ ਕੀ ਜੀ। ਬਿਲਕੁਲ। ਤੇ ਉਹਨਾਂ ਨੂੰ ਉਹ ਚੀਜ਼ਾਂ ਦੇ ਉੱਤੇ ਤੁਰਨ ਦੀ ਬਜਾਏ ਇਕੱਠ ਕਰਕੇ 10 ਬੰਦੇ ਬੈਨਰ ਫੜ ਕੇ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਨਾ ਕਦੇ ਸਰਕਾਰ ਇਸ ਤਰ੍ਹਾਂ ਜਾਗੀ ਆ, ਨਾ ਹੀ ਕਦੇ ਇਨਸਾਫ ਦਿੱਤਾ ਏਦਾਂ ਜੀ। ਨਾਲੇ ਇਕੱਠ ਨਾ ਮਾਤਰੀ ਹੁੰਦੇ ਨੇ। ਔਰ ਲੰਮਾ ਸਮਾਂ ਜਿਵੇਂ ਹੁਣ ਕਿਸਾਨੀ ਅੰਦੋਲਨ ਨੇ ਲੱਖਾਂ ਦਾ ਇਕੱਠ ਹੋਇਆ ਤੇ ਪੂਰਾ ਦੇਸ਼ ਤੁਰਿਆ, ਜੇ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਬਣਦੀ ਆ ਫਿਰ ਤਾਂ ਆਪਾਂ ਮੰਨ ਸਕਦੇ ਕਿ ਕਿਤੇ ਸਰਕਾਰ ਝੁਕ ਜੇ। ਅਦਰਵਾਈਜ਼ ਇਹਨਾਂ ਨੂੰ ਕਿਹਨੇ ਪੁੱਛਣਾ ਹੈ? ਆਪਣੀ ਜਥੇਬੰਦੀ ਦੇ ਬੈਨਰ ਲਾ ਕੇ ਬਸ ਆਪਣਾ ਨਾਂ ਰੌਸ਼ਨ ਕਰਨ ਵਾਸਤੇ ਤੁਰੇ ਫਿਰਦੇ ਨੇ ਜੀ। ਬਿਲਕੁਲ। ਪਰਮਿੰਦਰ ਜੀ ਸ਼ੁਕਰੀਆ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ। ਧੰਨਵਾਦ ਜੀ ਗੁਰਜਿੰਦਰ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ? ਹਰ ਵਾਰ ਦੀ ਤਰ੍ਹਾਂ ਤੁਸੀਂ ਜ਼ਰੂਰ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦਿਓ, ਤੇ ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।